ਜਦੋਂ ਅਸੀਂ ਕੋਈ ਚੀਜ਼ ਸੁਣਦੇ ਹਾਂ, ਕੋਈ ਕਹਾਣੀ ਸੁਣਦੇ ਹਾਂ ਨਾ, ਇੱਕ ਚੀਜ਼ ਕਨੈਕਟ ਕਰਦੀ ਹੈ। ਤੁਹਾਡੇ ਦੋਨਾਂ ਲਈ ਉਹ ਕਨੈਕਸ਼ਨ ਕੀ ਸੀਗਾ ਇਸ ਕਹਾਣੀ ਦੇ ਵਿੱਚ? ਰੈਦਰ ਦੈਨ ਅਸੀਂ ਬਲੇਮ ਗੇਮ ਕਰੀਏ ਵੀ ਕੁੜੀ ਕੁੜੀ ਦੀ ਦੁਸ਼ਮਣ, ਇਹ ਦੁਸ਼ਮਣ ਉਹ। ਮੈਨੂੰ ਪਤਾ ਹੈ ਮੇਰੀਆਂ 2-3 ਜਿਹੜੀਆਂ ਘਰ ਦੀਆਂ ਰਿਲੇਟਿਵਸ ਨੇ, ਦੇ ਆਰ ਦਿਸ ਨੇਚਰ। ਉਹਨਾਂ ਨੇ ਤਾਂ ਸੁਧਰਨਾ ਨਹੀਂ। ਆਈ ਹੈਵ ਐਡਜਸਟਡ ਮਾਈ ਮਾਈਂਡ ਪ੍ਰੋਸੈਸ ਕਿ ਮੇਰੀ ਐਨਰਜੀ, ਮੇਰੇ ਪੈਸੇ ਨੇ, ਮੈਂ ਇੱਥੇ ਲਾਉਣੀ ਕਿ ਨਹੀਂ ਲਾਉਣੀ। ਮੈਨੂੰ ਲੱਗਦਾ ਵੀ ਮੈਂ ਪ੍ਰੋਬੇਬਲੀ ਹਰ ਕਿਸੇ ਨਾਲ ਹੀ ਕੰਮ ਕਰੂੰਗੀ। ਐਂਡ ਗਿੱਪੀ ਜੀ, ਆਫ ਕੋਰਸ ਆਈ ਐਮ ਸੋ ਹੈਪੀ ਟੂ ਹੈਵ ਡਨ ਦਿਸ ਫਿਲਮ ਵਿਦ ਗਿੱਪੀ ਜੀ ਐਂਡ ਪੰਕਜ ਜੀ ਅਗੇਨ। 2013 'ਚ ਮੈਂ ਉਹਨਾਂ ਨੂੰ ਪਹਿਲੀ ਵਾਰ ਲਾਈਵ ਦੇਖਿਆ ਸੀ। ਆਈ ਕ੍ਰਾਈਡ ਐਟ ਦੈਟ ਸ਼ੋ। ਉਹਨਾਂ ਨੂੰ ਦੇਖ ਕੇ ਮੈਂ ਇੰਨੀ ਖੁਸ਼ ਹੋ ਗਈ, ਇੰਨੀ ਓਵਰਵੈਲਮ। ਫਿਰ ਉਹ ਆਉਂਦੇ ਰਹੇ, ਆਈ ਵਾਸ ਵਰਕਿੰਗ ਇਨ ਟੀਵੀ, ਮੈਂ ਮਿਲਦੀ ਰਹੀ ਉਹਨਾਂ ਨੂੰ। ਤੇ ਸੋ ਬਟ ਕੰਮ ਕਰਨਾ ਉਹਨਾਂ ਦੇ ਨਾਲ ਵਾਸ ਲਾਈਕ ਅ ਪਿੰਚ ਮਾਈਸੈਲਫ ਮੋਮੈਂਟ, ਬਿਕਾਜ਼ ਮੈਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਮੈਂ ਉਹਨਾਂ ਨਾਲ ਕੰਮ ਕਰ ਰਹੀ ਹਾਂ। ਮੈਂ ਇੰਨਾ ਕਹੂੰਗੀ ਵੀ ਕੁੜੀਆਂ ਨੂੰ ਪਿਆਰ ਹੋ ਜਾਏਗਾ ਗਿੱਪੀ ਜੀ ਨਾਲ ਇਸ ਫਿਲਮ ਤੋਂ। ਦੇਸੀ ਰੌਕ ਸਟਾਰ ਵਾਪਸ ਆ। ਹੁਣ ਐਜ਼ ਅ ਹਿਊਮਨ, ਐਜ਼ ਅ ਕੈਰੈਕਟਰ ਜੋ ਉਹਨਾਂ ਨੇ ਪਲੇ ਕੀਤਾ ਨਾ, ਉਹਨੂੰ ਸਟੈਮਰ ਵਾਲੇ ਬੰਦੇ ਨਾਲ ਵੀ ਕੁੜੀਆਂ ਨੂੰ ਪਿਆਰ ਹੋ ਜਾਏਗਾ। ਜਦੋਂ ਸਾਡਾ ਡਾਇਰੈਕਟਰ ਹੀ ਸਟਰੋਂਗ ਹੋਏ ਨਾ, ਉਦੋਂ ਫਿਰ ਸਾਰੇ ਹੀ ਵਧੀਆ ਕਰਦੇ, ਕਿਉਂਕਿ ਇੱਕ એનર્ਜੀ ਆ ਜਾਂਦੀ ਹੈ ਨਾ ਕਿ ਯਾਰ ਇਹ ਵਧੀਆ ਕਰ ਰਿਹਾ, ਮੈਂ ਵੀ ਵਧੀਆ ਕਰਨਾ, ਉਹ ਵਧੀਆ ਕਰ ਰਿਹਾ, ਉਹਨੇ ਵੀ। ਫਿਰ ਉੱਥੇ ਢਿੱਲ ਨਹੀਂ ਆਉਂਦੀ। ਇਟਸ ਅ ਵੈਰੀ ਬਿਊਟੀਫੁਲ ਸਾਈਡ ਆਫ ਦ ਫਿਲਮ। ਦ ਗਲੈਮਰ ਇਜ਼ ਅਮੇਜ਼ਿੰਗ। ਮੈਂ ਬਹੁਤ ਲਾਈਕ ਕਰਦੀ ਹਾਂ। ਜੇ ਮੈਨੂੰ ਕਿਤੇ ਪੂ ਬਣਾ ਦੇਣ ਕਭੀ ਖੁਸ਼ੀ ਕਭੀ ਗਮ ਵਾਲੀ, ਤਾਂ ਮੈਂ ਤਾਂ ਧੂੜਾਂ ਪੱਟਦਾ, ਰਾਈਟ, ਗਲੈਮਰ ਵਾਲੀਆਂ। ਬਟ ਇਨ ਦ ਬਿਗਿਨਿੰਗ ਆਈ ਆਲਸੋ ਵਾਂਟ ਟੂ ਐਸਟੈਬਲਿਸ਼ ਦੈਟ ਗੁੱਡ ਐਕਟਿੰਗ ਵਾਲਾ। ਹੁਣ ਜੇ ਮਿੱਤਰਾਂ ਦਾ ਨਾਂ ਚੱਲਦਾ, ਆਈ ਹੋਪ ਟੱਚਵੁੱਡ ਕਿ ਸਾਰਿਆਂ ਨੂੰ ਪਸੰਦ ਆਵੇ ਕੈਰੈਕਟਰ। ਆਈ ਹੈਵ ਟਰਾਈਡ ਟੂ ਪਰਫਾਰਮ ਲੈਵਲ ਬੈਸਟ। 8 ਮਾਰਚ ਨੂੰ, ਯਾਨੀ ਕਿ ਇੰਟਰਨੈਸ਼ਨਲ ਵੂਮਨਸ ਡੇ ਨੂੰ, ਬਹੁਤ ਹੀ ਪਿਆਰੀ ਫਿਲਮ ਪੰਜਾਬੀ ਇੰਡਸਟਰੀ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਾਮ ਹੈ ਮਿੱਤਰਾਂ ਦਾ ਨਾਂ ਚੱਲਦਾ। ਐਂਡ ਫਿਲਮ ਦੇ ਵਿੱਚ ਬਹੁਤ ਵੱਡੀ ਸਟਾਰ ਕਾਸਟ ਹੈ, ਬਟ ਫਿਲਹਾਲ ਮੇਰੇ ਨਾਲ ਇਸ ਵੇਲੇ ਤਾਨੀਆ ਔਰ ਰਾਜਦੀਪ ਸ਼ੌਕਰ ਬੈਠੇ ਨੇ, ਜੋ ਕਿ ਬਿੰਦਰ ਔਰ ਕਰਮ ਦਾ ਕਰੈਕਟਰ ਪਲੇ ਕਰ ਰਹੇ ਨੇ। ਵੈਸੇ ਕਹਿੰਦੇ ਕਿ ਖਾਸ ਦਿਨ ਹੁੰਦਾ ਇੰਟਰਨੈਸ਼ਨਲ ਵੂਮਨਸ ਡੇ, ਬਟ ਮੈਨੂੰ ਲੱਗਦਾ ਕਿ ਹਰ ਦਿਨ ਵੂਮਨ ਦਾ, ਕਿਉਂਕਿ ਹਰ ਦਿਨ ਇੱਕ ਔਰਤ ਜਿਹੜੀ ਹੈ ਉਹ ਬਹੁਤ ਸਟਰਗਲ ਕਰਦੀ ਹੈ ਔਰ ਜਿੱਤਦੀ ਵੀ ਉਹਨਾਂ ਚੀਜ਼ਾਂ ਨੂੰ। ਸੋ ਓਕੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਐਂਡ ਜਿੱਦਾਂ ਮੈਂ ਕਿਹਾ ਕਿ ਇੰਟਰਨੈਸ਼ਨਲ ਵੂਮਨਸ ਡੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸਿਰਫ ਇੱਕ ਦਿਨ ਔਰਤਾਂ ਦਾ ਹੈ, ਜੋ ਕਿ ਬਿਲਕੁਲ ਸੱਚ ਨਹੀਂ ਹੈ, ਕਿਉਂਕਿ ਹਰ ਦਿਨ ਔਰਤ ਦਾ ਹੈ, ਹਰ ਦਿਨ ਉਹ ਸਟਰਗਲ ਕਰਦੀ ਹੈ, ਹਰ ਦਿਨ ਆਪਣੀ ਲੜਾਈਆਂ ਜਿੱਤਦੀ ਵੀ ਹੈਗੀ ਹੈ ਨਾ। ਇਸ ਫਿਲਮ ਦੇ ਵਿੱਚ ਵੀ ਤੁਹਾਡੀ ਕੁਝ ਅਲੱਗ-ਅਲੱਗ ਕੁੜੀਆਂ ਦੀ ਕਹਾਣੀ ਹੈ ਨਾ, ਫਿਰ ਉਹ ਕਿਸ ਤਰ੍ਹਾਂ ਮਿਲਦੀਆਂ ਨੇ, ਉਹ ਸਭ ਸਾਰੀ ਜਿਹੜੀ ਸਟੋਰੀ ਅੱਗੇ ਚੱਲਦੀ ਹੈ ਔਰ ਕੀ ਉਹਨਾਂ ਨੂੰ ਫੇਸ ਕਰਨਾ ਪੈਂਦਾ ਇਸ ਫਿਲਮ ਦੇ ਵਿੱਚ, ਉਹ ਚੀਜ਼ਾਂ ਨੇ। ਪਹਿਲਾਂ ਤਾਂ ਜਾਣਨਾ ਚਾਹਾਂਗੀ ਬਿੰਦਰ ਔਰ ਕਰਮ, ਹੈ ਨਾ। ਬਹੁਤ ਸਵੀਟ ਜੀ ਬਿੰਦਰ ਹੈ ਇਹਦੇ ਵਿੱਚ ਦਿਖਾਇਆ ਗਿਆ ਹੈ ਨਾ, ਕਿ ਜੋ ਆਪਣੀ ਸੁਪਨਿਆਂ ਨੂੰ ਪਾਉਣ ਦੇ ਲਈ ਬਹੁਤ ਕੁਝ ਕਰ ਰਹੀ ਹੈ। ਕਰਮ ਜਿਹੜੀ ਹੈ ਬਹੁਤ ਸਟਰੋਂਗ ਹੈ, ਇਹ ਚੀਜ਼ਾਂ ਅਸੀਂ ਦੇਖੀਆਂ ਫਿਲਹਾਲ ਜੋ ਟ੍ਰੇਲਰ ਦੇ ਵਿੱਚ ਦੇਖਿਆ ਸਾਨੂੰ। ਬਟ ਜਾਣਨਾ ਚਾਹਾਂਗੇ ਕੀ ਖਾਸੀਅਤ ਸੀ ਕਰੈਕਟਰ ਦੀ ਜੋ ਤਾਨੀਆ ਨੇ ਹਾਂ ਕੀਤੀ ਜਾਂ ਸ਼ੌਕਰ ਨੇ ਹਾਂ ਕੀਤੀ ਇਸ ਫਿਲਮ ਦੇ ਲਈ? ਮੇਰੇ ਲਈ ਇਹ ਸੈਟਅਪ ਬਹੁਤ ਨਵਾਂ ਸੀ, ਪਲੱਸ ਜੋ ਸਕ੍ਰਿਪਟ ਮੈਨੂੰ ਚਾਹੀਦੀ ਹੈ ਵਿਚ ਇਜ਼ ਐਮਪਾਵਰਿੰਗ ਐਂਡ ਜਿਹਦੇ ਵਿੱਚ ਸਾਰਾ ਕੁਛ ਹੈ। ਇਟਸ ਐਨ ਐਂਟਰਟੇਨਮੈਂਟ ਫਿਲਮ ਜਿਹਦੇ 'ਚ ਕਾਮੇਡੀ ਵੀ ਪੈਰਲਲ ਚੱਲ ਰਹੀ ਹੈ ਕਨਸੈਪਟ ਦੇ ਨਾਲ ਨਾਲ, ਜਿਹਦੇ 'ਚ ਸਸਪੈਂਸ ਵੀ ਹੈ, ਐਂਡ ਦੈਨ ਮਿਊਜ਼ਿਕ ਜੋ ਤੁਹਾਡੀ ਹਾਰਟ ਬੀਟ ਵਧਾ ਰਿਹਾ ਹੈ, ਐਂਡ ਦੈਨ ਯੂ ਆਰ ਕਮਿੰਗ ਡਾਊਨ ਟੂ ਦ ਨੋਰਮਲ। ਸੋ ਇਟਸ ਅ ਵੈਰੀ ਬੈਲੈਂਸਡ ਸਕ੍ਰਿਪਟ। ਮੈਨੂੰ ਉਸ ਚੀਜ਼ ਨੇ ਅਟਰੈਕਟ ਕੀਤਾ। ਪਲੱਸ ਦ ਬੈਸਟ ਪਾਰਟ ਇਜ਼ ਮੀ, ਗਿੱਪੀ ਜੀ ਐਂਡ ਪੰਕਜ ਜੀ, ਵੀ 3 ਆਰ ਕਮਿੰਗ ਫॉर द फर्स्ट टाइम टुगेदर। ਸੋ ਉਹ ਬਹੁਤ ਪਿਆਰੀ ਚੀਜ਼ ਹੋਈ ਮੇਰੇ ਲਈ। ਸੋ ਦੈਟਸ ਹਾਊ ਇਹ ਸਕ੍ਰਿਪਟ ਚੂਜ਼ ਕੀਤੀ ਗਈ ਜੀ। ਰਾਜ, ਤੁਹਾਡੀ ਸੈਕਿੰਡ ਫਿਲਮ ਹੈ ਐਂਡ ਐਕਸਾਈਟਮੈਂਟ ਤੁਹਾਡੇ ਫੇਸ ਤੇ ਵੀ ਦਿਖਦੀ ਹੈ। ਬਹੁਤ ਕੁਝ ਸੁਪਨੇ ਜਿਹੜੇ ਆ ਨਾ ਇਸ ਫਿਲਮ ਦੇ ਨਾਲ ਮੈਨੂੰ ਲੱਗਦਾ ਪੂਰੇ ਵੀ ਹੋਣ ਵਾਲੇ ਆ ਰਾਜ ਦੇ। ਸੋ ਕਰੈਕਟਰ ਬਾਰੇ, ਕਰਮ ਬਾਰੇ ਜਾਣਨਾ ਚਾਹਾਂਗੇ। ਕਰਮ ਦਾ ਕੈਰੈਕਟਰ ਬਹੁਤ ਸਟਰੋਂਗ ਹੈ ਐਂਡ ਬਹੁਤ ਵਧੀਆ ਕੈਰੈਕਟਰ ਹੈ। ਮੈਂ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀਗੇ ਹੋਰ ਇੰਟਰਵਿਊ ਦੇ ਵਿੱਚ ਕਿ ਬਹੁਤ ਘੱਟ ਹੁੰਦਾ ਹੈ ਕਿ ਇਹੋ ਜਿਹੇ ਕੈਰੈਕਟਰ ਸਾਨੂੰ ਇੰਨੀ ਅਰਲੀ ਮਿਲ ਜਾਂਦੇ ਨੇ ਪਲੇ ਕਰਨ ਨੂੰ, ਇੰਨੇ ਚੈਲੰਜਿੰਗ ਤੇ ਜਿਨ੍ਹਾਂ ਵਿੱਚ ਇੰਨੀ ਲੇਅਰਸ ਹੋਣ, ਕਿਉਂਕਿ ਕੈਰੈਕਟਰ ਬਹੁਤ ਸੋਹਣਾ ਹੈ। ਇਟਸ ਗॉट ਸੋ ਮਚ ਕਵਿੰਗ ਔਨ, ਬਹੁਤ ਚੀਜ਼ਾਂ ਨੇ ਉਸ ਕੈਰੈਕਟਰ ਨੂੰ ਲੈ ਕੇ, ਲੇਅਰਸ ਬਹੁਤ ਨੇ। ਸੋ ਉਹ ਚੀਜ਼ ਮੇਰੇ ਲਈ ਬਹੁਤ ਖਾਸ ਹੈ। ਮੈਨੂੰ ਲੱਗਦਾ ਜਦੋਂ ਮੈਂ ਕਰਮ ਦਾ ਕੈਰੈਕਟਰ ਸੁਣਿਆ ਹੀ ਸੀਗਾ, ਉਦੋਂ ਹੀ ਮੈਨੂੰ ਪਤਾ ਸੀ ਕਿ ਤੁਹਾਨੂੰ ਪਤਾ ਹੀ ਹੁੰਦਾ ਜਦ ਤੁਸੀਂ ਸਕ੍ਰਿਪਟ ਸੁਣਦੇ ਹੋ। ਲਾਈਕ ਮੈਂ ਸਕ੍ਰਿਪਟਾਂ ਸੁਣਦੀ ਰਹਿੰਦੀ ਹਾਂ, ਬਟ ਮੈਨੂੰ ਪਤਾ ਹੁੰਦਾ ਨਹੀਂ ਇਹ ਨਹੀਂ, ਸ਼ਾਇਦ ਇਹ ਨਹੀਂ। ਬਟ ਜਦੋਂ ਮੈਂ ਮਿੱਤਰਾਂ ਦਾ ਨਾਂ ਚੱਲਦਾ ਸੁਣੀ ਹੈ, ਮੈਨੂੰ ਪਤਾ ਸੀ ਲਾਈਕ ਇੱਕ ਵਾਈਬ ਆ ਜਾਂਦੀ ਹੈ। ਜਦ ਤੁਹਾਨੂੰ ਕਾਲ ਵੀ ਆਉਂਦੀ ਹੈ, ਤੁਹਾਨੂੰ ਵਾਈਬ ਦਾ ਪਤਾ ਹੁੰਦਾ ਕਿ ਅੱਛਾ ਇਹ ਸੁਣਨਾ ਚਾਹੁੰਦੀ ਹਾਂ ਮੈਂ, ਹੋਰ ਆਈ ਵਾਂਟ ਮੋਰ ਡੀਟੇਲ। ਫਿਰ ਤੁਸੀਂ ਬੈਠਦੇ ਹੋ, ਸੋ ਇੱਕ ਵਾਈਬ ਜੀ ਔਰਾ ਜਿਹਾ ਵਧੀਆ ਸੀ ਇਸ ਫਿਲਮ ਦਾ। ਐਂਡ ਓਬਵੀਅਸਲੀ ਟੌਪਿਕ ਇੰਨਾ ਸਟਰੋਂਗ ਹੈ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਕੁੜੀ ਛੱਡਦੀ। ਟੌਪਿਕ ਦੇ ਬਾਰੇ ਗੱਲ ਕਰਦੇ ਹਾਂ।
ਇਹ ਚੀਜ਼ਾਂ ਚਾਹੇ ਅਸੀਂ ਸੁਸਾਇਟੀ ਦੇ ਵਿੱਚ ਕਹਿੰਦੇ ਹਾਂ, ਜਦੋਂ ਟ੍ਰੇਲਰ ਲਾਂਚ ਵੀ ਹੋਇਆ ਉਹਦੀ ਬਹੁਤ ਗੱਲਾਂ ਹੈ ਨਾ ਇਸ ਬਾਰੇ ਹੋਈਆਂ ਸੀਗੀਆਂ, ਚਾਹੇ ਅਸੀਂ ਕਹਿੰਦੇ ਹਾਂ ਕਿ ਬਹੁਤ ਚੇਂਜਸ ਆ ਚੁੱਕੇ ਸੁਸਾਇਟੀ ਦੇ ਵਿੱਚ, ਫੀਮੇਲਸ ਲਈ ਇੱਕ ਪ੍ਰੋਪਰ ਜਗ੍ਹਾ ਬਣ ਚੁੱਕੀ ਹੈ, ਠੀਕ ਹੈ, ਨੋ ਡਾਊਟ ਬਣੀ ਵੀ ਹੈ, ਬਟ ਸਟਰਗਲ ਸਟਿਲ ਹਜੇ ਬਹੁਤ ਹੈ। ਕੁੜੀਆਂ ਨੂੰ ਹੈ, ਮੁੰਡਿਆਂ ਨੂੰ ਵੀ ਹੈ, ਬਟ ਕੁੜੀਆਂ ਨੂੰ ਜ਼ਿਆਦਾ ਫੇਸ ਕਰਨਾ ਪੈਂਦਾ, ਜਿੱਦਾਂ ਕਿ ਦੇਖਦੇ ਹਾਂ ਸੈਕਸ਼ੁਅਲੀ ਬਹੁਤ ਹਰਾਸਮੈਂਟ ਹੁੰਦੀ ਹੈ ਨਾ, ਮੈਂਟਲੀ ਬਹੁਤ ਹਰਾਸ ਕੀਤਾ ਜਾਂਦਾ ਹੈ। ਸੋ ਜਦੋਂ ਇਹ ਟੌਪਿਕ ਤੁਸੀਂ ਸੁਣਿਆ, ਕੀ ਚੀਜ਼ ਕਨੈਕਟ ਕੀਤੀ? ਕਿਉਂਕਿ ਹਰ ਇੱਕ ਜਦੋਂ ਅਸੀਂ ਕੋਈ ਚੀਜ਼ ਸੁਣਦੇ ਹਾਂ, ਕੋਈ ਕਹਾਣੀ ਸੁਣਦੇ ਹਾਂ ਨਾ, ਇੱਕ ਚੀਜ਼ ਕਨੈਕਟ ਕਰਦੀ ਹੈ। ਤੁਹਾਡੇ ਦੋਨਾਂ ਲਈ ਉਹ ਕਨੈਕਸ਼ਨ ਕੀ ਸੀਗਾ ਇਸ ਕਹਾਣੀ ਦੇ ਵਿੱਚ? ਬਹੁਤ ਸਾਰੇ ਕਨੈਕਸ਼ਨ ਹੈ ਜੈਨੂਅਨਲੀ, ਬਟ ਜਿਹੜਾ ਮੈਨੂੰ ਇੱਕ ਚੀਜ਼ ਮੇਨ ਕਨੈਕਟ ਕੀਤਾ ਇਜ਼ ਦੈਟ ਦਿਸ ਵਰਲਡ ਮੂਵਸ ਔਨ ਟੂਗੈਦਰ। ਸੋ ਇਸ ਫਿਲਮ 'ਚ ਤੁਸੀਂ ਗਿੱਪੀ ਜੀ ਦਾ ਕਿਰਦਾਰ ਵੇਖੋ ਐਂਡ ਬਾਕੀ ਕਿਰਦਾਰ ਵੇਖੋ, ਬੰਦੇ ਉਹੀ ਬੰਦੇ ਨੇ, ਇੱਕ ਬੰਦਾ ਸਹੀ ਹੈ ਦੂਜੇ ਬੰਦੇ ਗਲਤ ਹੈ, ਸੋ ਅਸੀਂ ਜੱਜ ਨਹੀਂ ਕਰ ਸਕਦੇ। ਸੇਮ ਇਜ਼ ਦਾ ਕੇਸ ਜਿਹੜੀਆਂ ਕੁੜੀਆਂ ਫੇਸ ਕਰ ਰਹੀਆਂ ਵੀ, it's both, it's not the girls are only, हाँ साडा topic because we are releasing it in on Women's Day, so साडा topic है, but other than the other genders equally facing the problems either way out. So मैनू जो चीज़ connect की थी was the, you can say a subject that we can stand for ourselves, ਅਸੀਂ ਆਪਣੇ ਆਪ ਲਈ ਖਲੋ ਸਕਦੇ ਹਾਂ। ਇਹ ਦੱਸਣਾ ਹੀ ਬਹੁਤ ਜ਼ਰੂਰੀ ਹੈ ਲੋਕਾਂ ਨੂੰ, ਸਪੈਸ਼ਲੀ ਸਕੂਲਸ ਦੇ ਵਿੱਚ। ਸਾਡੇ ਇੰਡੀਆ 'ਚ, ਆਈ ਹੈਵ ਬੀਨ ਥਰੂ ਆਊਟ ਦੀ ਵਰਲਡ, ਸ਼ੀ ਇਜ਼ ਆਫ ਕੋਰਸ ਬੀਨ ਦੇਅਰ, ਤੁਸੀਂ ਵੀ ਬਾਹਰ ਗਏ ਹੋਗੇ, ਸਾਡੀ ਬਹੁਤ ਸਾਰਾ ਯੂਥ ਬਾਹਰ ਹੈ। ਬਾਹਰ ਜਾ ਕੇ ਸਾਨੂੰ ਰਿਅਲਾਈਜ਼ ਹੁੰਦਾ ਹੈ ਕਿ ਅਸੀਂ ਆਪਣੇ ਆਪ ਲਈ ਖਲੋ ਸਕਦੇ ਹਾਂ। ਇੰਡੀਆ 'ਚ ਸਾਨੂੰ ਕੋਈ ਨਹੀਂ ਸਿਖਾ ਰਿਹਾ ਕਿ ਤੁਸੀਂ ਆਪਣੇ ਆਪ ਲਈ ਸਟੈਂਡ ਲੈ ਸਕਦੇ ਹੋ। ਇਫ ਯੂ ਆਰ ਨਾਟ ਲਾਈਕਿੰਗ ਇਟ, ਯੂ ਆਰ ਨਾਟ ਲਾਈਕਿੰਗ ਇਟ, ਤੁਹਾਨੂੰ ਨਹੀਂ ਪਸੰਦ ਤੇ ਦੱਸ ਦਿਓ ਵੀ ਨਹੀਂ ਪਸੰਦ, ਦਿਲ ਨਹੀਂ ਦੁਖਾਣਾ। ਸੋ ਉਹ ਚੀਜ਼ਾਂ ਜੇ ਇੱਕ ਸਿਨੇਮਾ ਦੇ ਥਰੂ ਅਸੀਂ ਆਡੀਅנס ਨੂੰ ਸਿਖਾ ਰਹੇ ਹਾਂ, ਸੋ ਮੇਰੇ ਲਈ ਉਹ ਹੈ ਬਹੁਤ ਛੋਟਾ ਜਿਹਾ ਪੁਆਇੰਟ ਹੈ। ਤੁਹਾਨੂੰ ਕੋਈ ਫਿਲਮ ਐਸੇ ਚਲਾ ਕੇ ਮੈਸੇਜ ਨਹੀਂ ਦੇਗੀ, ਬਟ ਯੈਸ ਜਦੋਂ ਤੁਸੀਂ ਫੀਲ ਕਰੋਗੇ, ਸੋ ਅਸੀਂ ਸਿਨੇਮਾ ਰਾਹੀਂ ਉਹ ਆਪਣੇ ਆਡੀਅנס ਨੂੰ ਸਿਖਾ ਰਹੇ ਹਾਂ। ਮੈਨੂੰ ਇਹ ਚੀਜ਼ ਬਹੁਤ ਕਨੈਕਟ ਕੀਤੀ ਕਿ ਇਹ ਚੀਜ਼ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ, ਇਟਸ ਓਕੇ ਟੂ ਡਿਨਾਈ ਫॉर ਐਨੀਥਿੰਗ। ਜੇ ਤੁਹਾਡਾ ਖਾਣਾ ਖਾਣ ਨੂੰ ਵੀ ਨਹੀਂ ਮਨ ਕੁਛ, ਤਾਂ ਤੁਸੀਂ ਕਹਿ ਸਕਦੇ ਹੋ, ਰੈਦਰ ਦੈਨ ਕਿ ਬਸ ਥੱਪੜਿਆਂ ਦੇ ਡਰ ਤੋਂ ਕਿ ਖਾਣਾ ਪਊਗਾ, ਰਾਈਟ। ਸੋ ਆਈ ਥਿੰਕ ਥੀਸ ਟਾਈਨੀ ਥਿੰਗਸ ਆਰ। ਸੁਰਾਜ, ਤੁਹਾਡੇ ਲਈ ਕੀ ਸੀਗਾ? I think there's a lot in this film. ਮੈਂ ਹਰ ਇੱਕ ਚੀਜ਼ ਦੇ ਵਿੱਚ ਮੈਸੇਜ ਹੈ। ਪਹਿਲਾਂ, ਸਭ ਤੋਂ ਪਹਿਲਾਂ ਤੁਸੀਂ ਦੇਖੋਗੇ there's a topic of bullying, ਜੋ ਕਿ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਕਿਸੇ ਨੂੰ ਮੀਨਿੰਗ ਵੀ ਨਹੀਂ ਪਤਾ ਹੋਊਗਾ ਕੀ ਹੈ, ਕਿਉਂਕਿ ਇੱਥੇ ਕਈ ਵਾਰ ਆਪਸ ਦੇ ਵਿੱਚ, ਹੁਣ ਜੇ ਆਪਾਂ ਮੁੰਡਿਆਂ ਦੀ ਗੱਲ ਕਰੀਏ, ਮੈਂ ਕੁੜੀਆਂ ਤੇ ਬਾਤ ਆਵਾਂਗੀ, ਬਟ ਮੁੰਡਿਆਂ ਦੀ ਗੱਲ ਕਰੀਏ, ਮੁੰਡੇ ਇੱਕ ਦੂਜੇ ਨੂੰ ਇੰਨਾ ਛੇੜਦੇ ਨੇ, ਇੰਨਾ ਜ਼ਿਆਦਾ ਇਰੀਟੇਟ ਕਰਦੇ ਨੇ। ਕਈ ਵਾਰ ਨਾ ਆਪਾਂ ਜਦ ਇੱਕ ਚੀਜ਼ ਬਾਰ-ਬਾਰ ਰਿਪੀਟ ਕਰਨ ਲੱਗ ਜਾਂਦੇ ਆ ਨਾ, ਉਹ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਜਦ ਘਰੇ ਜਾਂਦਾ ਹੈ, ਉਹ ਜ਼ਰੂਰ ਸੋਚਦਾ ਹੋਊਗਾ ਕਿ ਮੇਰੇ ਵਿੱਚ ਪ੍ਰੋਬਲਮ ਤਾਂ ਹੋਊਗੀ ਨਾ। ਬਿਲਕੁਲ। ਸੋ ਇਹ ਚੀਜ਼ ਨੇ, ਇਹ ਟੌਪਿਕ ਇੱਕ ਸਟਾਰਟਿੰਗ ਤੋਂ ਇਹ ਚੀਜ਼ਾਂ ਥੋੜ੍ਹੀਆਂ ਬਹੁਤ ਦੇਖਣੀਆਂ ਹੀ ਪੈਣੀਆਂ ਨੇ ਨਾ। ਉਹ ਵਿੱਚੋਂ ਇਟਸ ਨॉट, ਵੀ ਨॉट ਸਪੂਨ ਫੀਡਿੰਗ ਦੀ ਆਡੀਅנס, ਕਿਉਂਕਿ ਆਪਣੀ ਆਡੀਅנס ਸਿਆਣੀ ਹੈ, ਉਹ ਚੀਜ਼ਾਂ ਖੁਦ ਪਿਕ ਕਰਨਗੇ। ਜਿਹੜੀ ਇੰਟੈਲੈਕਟ ਆਪਣੀ ਆਡੀਅנס ਜਾਊਗੀ ਦੇਖਣ ਫਿਲਮ। ਫਿਰ ਬਾਅਦ ਵਿੱਚ ਸਾਡਾ ਕੁੜੀਆਂ ਦਾ ਟੌਪਿਕ ਆਉਂਦਾ ਹੈ, ਜਿੱਥੇ ਅਸੀਂ ਇਹ ਦੱਸਦੇ ਹਾਂ ਕਿ ਐਕਚੁਅਲੀ ਉਦੋਂ ਇੱਕ ਟ੍ਰੇਲਰ ਲਾਂਚ ਵਾਲੇ ਦਿਨ ਕਿਸੇ ਨੇ ਪੁੱਛਿਆ ਸੀ ਨੋ ਮੀਨਸ ਨੋ। ਆਈ ਥਿੰਕ ਉਹ ਐਕਚੁਅਲੀ ਕੁਐਸਚਨ ਮੁੰਡਿਆਂ ਨੂੰ ਪੁੱਛਣਾ ਚਾਹੀਦਾ ਹੈ, ਯੂ ਨੋ, ਕਿ ਤੁਸੀਂ ਨੋ ਕਹਿਣਾ ਕਦੋਂ ਸਿੱਖਿਆ? ਨਹੀਂ, ਤੁਸੀਂ ਕਦੋਂ ਸਿੱਖਿਆ ਕਿ ਐਕਚੁਅਲੀ ਜਦੋਂ ਕੁੜੀ ਨੋ ਕਹਿੰਦੀ ਹੈ ਤਾਂ ਉਹ ਨੋ। ਸੋ ਕੁੜੀ ਨੂੰ ਕਿਉਂ ਆਪਾਂ ਇਹ ਸਵਾਲ ਪੁੱਛ ਰਹੇ? ਮੈਨੂੰ ਤਾਂ ਇਹ ਵੀ ਨਹੀਂ ਸਮਝ ਲੱਗਦਾ। ਦੈਟਸ ਅ ਬਿਗ ਟੌਪਿਕ ਇਨ ਇਟਸੈਲਫ। ਦ ਥਿੰਗ ਇਜ਼, ਇਸ ਫਿਲਮ ਦੇ ਵਿੱਚ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਬਹੁਤ ਵੱਡਾ ਮੈਸੇਜ ਨਾਲ ਲੈ ਕੇ ਆਉਂਦੀਆਂ ਨੇ। ਫੇਸਿਸ, ਇੱਕ ਕੁੜੀ ਨੂੰ ਟੱਚ ਕਰਨਾ, ਹੱਥ ਫੜਨਾ, ਤਾਂ ਬਾਰ-ਬਾਰ ਇਰੀਟੇਟ ਕਰਨਾ, ਐਦਾਂ ਵੀ ਹੱਥ ਲਾਤਾ ਤੁਸੀਂ, ਇੱਕ ਕੁੜੀ ਨੂੰ 6th ਸੈਂਸ ਹੁੰਦੀ ਹੈ, ਤੁਸੀਂ ਵੀ ਨੋਟਿਸ ਕੀਤਾ ਹੁੰਦਾ। ਸੋ ਉਹ ਚੀਜ਼ਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਲਾਈਕ ਤਾਨੀਆ ਸੈਡ, ਅਸੀਂ ਕੁਝ ਸਪੂਨ ਫੀਡ ਨਹੀਂ ਕਰ ਰਹੇ, ਇਹ ਚੀਜ਼ਾਂ ਵਿੱਚ ਇੰਟੀਗ੍ਰੇਟ ਕੀਤੀਆਂ ਹੋਈਆਂ ਨੇ ਫਿਲਮ ਦੇ ਵਿੱਚ। ਐਂਡ ਇਟਸ ਅ ਫਿਲਮ, ਦੈਟਸ ਹਾਊ ਇਟਸ ਸਪੋਜ਼ਡ ਟੂ ਬੀ ਮੇਡ। ਸਪੂਨ ਫੀਡਿੰਗ ਤਾਂ ਕੋਈ ਵੀ ਫਿਲਮ ਨਹੀਂ ਕਰ ਸਕਦੀ, ਬਿਲਕੁਲ। ਜਿਹੜੀਆਂ ਹੁੰਦੀਆਂ ਨੇ, they never really do much, right? So ਇਹਦੇ ਵਿੱਚ ਐਂਟਰਟੇਨਮੈਂਟ ਬਹੁਤ ਲਾਈਟ ਤਰੀਕੇ ਦੇ ਨਾਲ ਅਸੀਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਆਈ ਥਿੰਕ ਉਹ ਕਨੈਕਟੀਵਿਟੀ ਹੈ। ਆਮ ਵੈਰੀ ਪੈਸ਼ਨੇਟ, ਮੇਰੀ ਥੀਸਿਸ ਜਿਹੜੀ ਸੀ ਵਾਸ ਅਬਾਊਟ ਰੇਪ ਕਲਚਰ ਇਨ ਇੰਡੀਆ। ਓਕੇ, ਸੋ ਆਈ ਹੈਡ ਵਰਕ 2 years on that thesis. ਸੋ ਜਦੋਂ ਇਹ ਚੀਜ਼ਾਂ ਮੈਂ, ਆਈ ਨੋ ਦ ਲੋ ਐਂਡ ਆਈ ਹੈਵ ਸੀਨ ਕਿ ਕਿਹੜੇ ਆਪਣੇ ਵਿੱਚ ਰਾਈਟਸ ਹੈਗੇ ਨੇ, ਕਿਹੜੀਆਂ ਚੀਜ਼ਾਂ ਆਪਾਂ ਐਕਚੁਅਲੀ ਉੱਤੇ ਗੱਲ ਉਠਾ ਸਕਦੇ ਹਾਂ, ਬਿਕੋਜ਼ ਦ ਲਾਅ ਸਟੈਂਡਸ ਬਾਈ ਅਸ। ਤੇ ਉਹ ਫਿਰ ਜਦੋਂ ਸੋਸਾਇਟੀ ਨਹੀਂ ਮੰਨਦੀ ਐਂਡ ਵੀ oblige ਹੀ ਨਹੀਂ ਕਰ ਰਹੇ ਆਪਾਂ, ਉਹ ਚੀਜ਼ਾਂ ਜਦੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ, that was the connectivity for me. I think it's the deeper side of it, the deeper side of the women.
ਇੱਕ ਇੱਕ ਹੋਰ ਚੀਜ਼ ਹੈ ਕਿਉਂਕਿ ਤੁਹਾਡੇ ਕਰੈਕਟਰਸ ਜੋ ਚਾਰ ਮੈਨੂੰ ਲੱਗਦਾ ਪੀਜੀ ਮੇਟਸ ਹੈ ਸ਼ਾਇਦ, ਹੈ ਨਾ ਉਹ ਸਾਰੋ, ਤੇ ਉਹ ਇੱਕ ਉਹ ਕਰੈਕਟਰ ਵੀ ਹੈ ਸ਼ਵੇਤਾ ਤਿਵਾਰੀ ਦਾ ਜੋ ਕਿ ਫੀਮੇਲ ਹੋ ਕੇ ਫੀਮੇਲ ਦੇ ਅਗੇਂਸਟ ਖੜੀ ਹੋਈ ਹੈ ਨਾ। ਔਰ ਇਹ ਸਿਰਫ ਅਸੀਂ ਫਿਲਮਾਂ ਦੇ ਵਿੱਚ ਜਾਂ ਟੀਵੀਜ਼ ਦੇ ਵਿੱਚ ਨਹੀਂ ਦੇਖ ਰਹੇ, ਇਹ ਅਸਲ ਜ਼ਿੰਦਗੀ ਦੇ ਵਿੱਚ ਵੀ ਹੋ ਰਿਹਾ ਹੈ। ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਜਦੋਂ ਕੋਈ ਕੁੜੀ ਦੇ ਨਾਲ ਕੁਝ ਮਾੜਾ ਹੁੰਦਾ ਹੈ ਨਾ, ਫੀਮੇਲਸ ਸਭ ਤੋਂ ਪਹਿਲੇ ਬਾਹਰੋਂ ਨਹੀਂ, ਘਰ ਦੇ ਵਿੱਚੋਂ ਹੀ ਬਹੁਤ ਸਾਰੀਆਂ ਅੰਦਰ ਨਿਕਲ ਆ ਜਾਂਦੀਆਂ ਜਿਹੜੇ ਨਿਕਲ ਕੇ ਜਿਹੜੀਆਂ ਕਹਿੰਦੇ ਕਿ ਇਹਦੀ ਗਲਤੀ ਸੀ, ਇਹ ਕਿਉਂ ਗਈ, ਜਾਂ ਇਹਨੇ ਇਦਾਂ ਕਿਉਂ ਕੀਤਾ, ਜਾਂ ਇਹਦੇ ਦਾ ਅੱਗੇ ਹੀ ਚਾਲੇ ਠੀਕ ਨਹੀਂ ਸੀਗੇ। ਤਾਂ ਲੱਗਦਾ ਇਹ ਚੀਜ਼ ਜਿਹੜੀ ਹੈ ਉਸ ਖਾਸ ਕਰ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ, ਨਾਟ ਓਨਲੀ ਇਨ ਪੰਜਾਬ, ਇੰਡੀਆ ਦੇ ਵਿੱਚੋਂ ਕੱਢਣੀ ਬੜੀ ਔਖੀ ਹੈ ਕਿ ਔਰਤਾਂ ਪਹਿਲੇ ਜਿਹੜਾ ਹੈ ਕੁੜੀਆਂ ਦੇ ਲਈ ਆਪਣੇ ਮਤਲਬ ਜੋ ਆਪਣੇ ਹੈਗੀਆਂ ਕੁੜੀਆਂ ਉਹਨਾਂ ਦੇ ਲਈ ਸਟੈਂਡ ਲੈਣ, ਤਾਂ ਇਹ ਚੀਜ਼ਾਂ ਸ਼ਾਇਦ ਕਿਤੇ ਨਾ ਕਿਤੇ ਜਿਹੜੀਆਂ ਠੀਕ ਹੋ ਸਕਦੀਆਂ। ਕੁੜੀਆਂ ਡਰਨ ਘੱਟ ਕਿ ਮੈਂ ਕੋਈ ਗੱਲ ਜੇ ਦੱਸਣੀ ਹੈ ਨਾ ਮੈਂ ਦੱਸ ਸਕਾਂ ਖੁੱਲ੍ਹ ਕੇ, ਚਾਹੇ ਮੇਰੀ ਮੰਮੀ ਨਾ ਹੋਵੇ, ਕੋਈ ਹੋਰ ਹੋਵੇ, ਚਾਚੀ ਹੋਵੇ ਜਾਂ ਕੋਈ ਆਂਟੀ ਹੋਵੇ, ਉਹਨੂੰ ਦੱਸ ਸਕਾਂ। ਅਗਰ ਕਈ ਵਾਰ ਕੁੜੀਆਂ ਇਸੇ ਗੱਲ 'ਚ ਡਰ ਜਾਂਦੀਆਂ ਕਿ ਮੇਰੇ ਨਾਲ ਕੋਈ ਮਾੜਾ ਕਰ ਰਿਹਾ, ਤੁਹਾਡਾ ਕੋਈ ਬੰਦਾ ਮੇਰੇ ਨਾਲ ਮਾੜਾ ਕਰ ਰਿਹਾ, ਤੇ ਮੈਨੂੰ ਨਹੀਂ ਦੱਸ ਸਕਦੀ। ਐਕਚੁਅਲੀ ਪ੍ਰੋਬਲਮ ਪਤਾ ਕੀ ਹੈ, ਮੈਨੂੰ ਇਹ ਲੱਗਦਾ ਹੈ ਕਿ ਬਾਹਰ ਅਸੀਂ ਫਿਰ ਵੀ ਜਦੋਂ ਡਿਨਰ ਕਰਦੇ ਹਾਂ ਸਾਰੇ ਇਕੱਠੇ ਬੈਠਦੇ ਹਾਂ, ਇੱਦਾਂ ਨਹੀਂ ਕਿ ਕਿਸੇ ਨੇ ਪਹਿਲਾਂ ਆ ਕੇ ਰੋਟੀ ਖਾ ਲਈ, ਬਾਅਦ ਵਿੱਚ ਖਾ ਲਈ, ਮੁੰਡਾ ਪੜ੍ਹ ਕੇ ਆਇਆ ਤਾਂ ਉਹਨੂੰ ਬਾਅਦ 'ਚ ਦੇਵਾਂਗੇ, ਕੁੜੀਆਂ ਬਾਅਦ 'ਚ ਖਾ ਲੈਣਗੀਆਂ, ਨਹੀਂ, ਉੱਥੇ ਸਾਰੇ ਇਕੱਠੇ ਬੈਠਦੇ ਨੇ, ਸਾਰੇ ਇੱਕ ਦੂਜੇ ਨਾਲ ਗੱਲ ਕਰਦੇ ਨੇ। ਇੱਥੇ ਕੀ ਹੈ, ਇੱਥੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਉਹ ਗੱਲ ਕਰਨ ਤੋਂ ਜੱਕਦੇ ਆ ਕਿ ਨਹੀਂ ਮੈਂ ਡੈਡੀ ਸਾਹਮਣੇ ਆ ਗੱਲ ਨਹੀਂ ਕਰ ਸਕਦੀ, ਮੈਂ ਮੰਮੀ ਨੂੰ ਆ ਗੱਲ ਨਹੀਂ ਦੱਸ ਸਕਦੀ, ਪਰ ਮੈਂ ਆਪਣੀ ਭੈਣ ਨੂੰ ਦੱਸ ਸਕਦੀ ਹਾਂ। ਸੋ ਉਹ ਚੀਜ਼ਾਂ ਆਈ ਥਿੰਕ ਇਟ ਇਜ਼ ਆਪਣੇ ਕਲਚਰ ਦੇ ਵਿੱਚ ਹੈ, ਉਹ ਓਵਰਨਾਈਟ ਨਹੀਂ ਨਿਕਲਣਗੀਆਂ, ਉਹ ਬਹੁਤ ਡੈਕੇਡਸ ਬਾਅਦ ਨਿਕਲਣਗੀਆਂ। ਐਂਡ ਦੈਟਸ ਓਨਲੀ ਵਿਦ ਐਜੂਕੇਸ਼ਨ। ਥੋੜ੍ਹਾ ਬਹੁਤ ਜੇ ਆਪਾਂ ਇੱਕ ਕਨਵਰਸੇਸ਼ਨ ਸਟਾਰਟ ਕਰਾਂਗੇ ਫਿਲਮਾਂ ਰਾਹੀਂ ਜਾਂ ਮਿਊਜ਼ਿਕ ਰਾਹੀਂ, ਇਟਸ ਅ ਫਾਰਮ ਆਫ ਐਕਸਪ੍ਰੈਸ਼ਨ, ਸੋ ਜੇ ਅਸੀਂ ਐਕਸਪ੍ਰੈਸ ਕਰਾਂਗੇ ਤਾਂ ਸ਼ਾਇਦ ਕੋਈ ਕੁੜੀ ਸਟਾਰਟ ਕਰੂਗੀ ਗੱਲ ਕਰਨਾ ਕਰੇ, ਹੈ ਨਾ, ਉਹੀ ਇੱਕ ਸਾਡੇ ਲਈ ਬਹੁਤ ਵੱਡੀ, ਇੱਕ ਕੁੜੀ ਵੀ ਕਰ ਜਾਵੇ ਉਹ ਵੀ ਵੱਡੀ ਪ੍ਰਾਪਤੀ ਹੈ ਸਾਡੀ। ਮੋਰਓਵਰ ਘਰ ਦੇ ਵਿੱਚ ਹੀ ਆਪਣੇ ਪੇਰੈਂਟਸ ਨੂੰ ਜਾਂ ਹੈ ਨਾ ਖਾਸ ਕਰ ਮਦਰਸ ਨੂੰ ਇੱਦਾਂ ਦਾ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਹੈ। ਸੀ ਆਦਤ ਪਾਉਣੀ ਪੈਂਦੀ ਹੈ ਹਾਂ ਬਿਲਕੁਲ। ਕਿਸੇ ਵੀ ਚੀਜ਼ ਦੀ। ਹੁਣ ਅੱਜ ਟਾਈਮ ਕਿੰਨਾ ਡਿਫਰੈਂਟ ਹੈ, ਪਹਿਲੇ ਅਸੀਂ ਨਹੀਂ ਸੀ ਗੱਲਾਂ ਕਰਦੇ ਪਰ ਹੁਣ ਕਰਦੇ ਹਾਂ। ਹੁਣ ਡੈਡੀ ਨੂੰ ਵੀ ਪਤਾ ਹੁੰਦਾ ਇਫ देयर ਡਾਟਰ ਇਜ਼ ਗੋਇੰਗ ਸਮਵੇਅਰ ਦੇ ਨੋ ਦਿਸ। ਸੋ ਓਵਰਨਾਈਟ ਨਹੀਂ ਪੈਂਦੀ ਆਦਤ ਪਾਣੀ ਪੈਂਦੀ ਹੈ। ਇਹਨੂੰ ਵਧੀਆ ਗੱਲ ਹੈ ਕਿ ਪੈ ਰਹੀ ਹੈ, ਬਹੁਤ ਹੱਦ ਤੱਕ ਪੈ ਰਹੀ ਹੈ। ਹੁਣ ਐਕਸੈਪਟੈਂਸ ਟੇਕਸ ਟਾਈਮ, ਚੇਂਜ ਟੇਕਸ ਟਾਈਮ, ਬਟ ਇਟ ਇਜ਼ ਮੈਂਡੇਟਰੀ। ਆ ਰਿਹਾ ਹੈ, ਆ ਚੁੱਕਾ ਹੈ, ਬਸ ਹੁਣ ਉਹ ਜਿੱਥੇ ਜਿੱਥੇ ਨਹੀਂ ਆਇਆ ਉਹ ਲੋਕ ਐਕਸੈਪਟ ਕਰ ਰਹੇ ਨੇ। ਸੋ ਦ ਬੈਟਰ, ਤੁਸੀਂ ਇੱਕ ਗੱਲ ਕੀਤੀ ਸੀ ਵੀ ਜਿਵੇਂ ਸ਼ਵੇਤਾ ਤਿਵਾਰੀ ਵਿਮਨ ਇਜ਼ ਅਗੇਂਸਟ ਵਿਮਨ, ਇਟਸ ਆਈ ਹੈਵ ਅ ਡਿਫਰੈਂਟ ਥਾਟ ਪ੍ਰੋਸੈਸ। ਮੈਨੂੰ ਲੱਗਦਾ ਜੋ ਮੇਰੇ ਲਈ ਸਹੀ ਹੈ ਸ਼ਾਇਦ ਅਗਲੇ ਲਈ ਨਹੀਂ ਹੋਏਗਾ, ਉਹਦਾ ਪੁਆਇੰਟ ਆਫ ਵਿਊ ਕੁਝ ਹੋਰ ਹੋਏਗਾ। ਸ਼ਾਇਦ ਜੋ ਅਗਲੇ ਲਈ ਸਹੀ ਹੈ ਮੇਰਾ ਪੁਆਇੰਟ ਆਫ ਵਿਊ ਕੁਝ ਹੋਰ ਹੋਏਗਾ। ਸੋ ਵੀ ਹੈਵ ਆਰ ਓਨ ਪੁਆਇੰਟ ਆਫ ਵਿਊਜ਼। ਦੇਅਰ ਕਮਸ ਅੰਡਰਸਟੈਂਡਿੰਗਸ, ਐਂਡ ਉਹ ਉਦੋਂ ਹੀ ਤੁਸੀਂ ਲਿਆ ਸਕਦੇ ਹੋ ਜਦੋਂ ਸਾਡੀ ਪੋਪੂਲੇਸ਼ਨ ਹੈ ਐਜੂਕੇਟਿਡ ਹੋਏਗੀ। ਹੁਣ ਇਹਦਾ ਬੇਸਿਕ ਐਗਜ਼ਾਮਪਲ ਕੀ, ਲਾਈਕ ਸ਼ੀ ਵਾਸ ਟਾਕਿੰਗ ਅਬਾਊਟ ਕਿ ਬਾਹਰ ਐਵੇਂ ਹੁੰਦਾ, ਕਿਵੇਂ ਹੁੰਦਾ, ਜਿੰਨੀ ਇੱਥੋਂ ਦੀ ਯੂਥ ਜਾ ਰਹੀ ਹੈ ਮਿਨੀਮਮ +2 ਕਰਕੇ ਜਾ ਰਹੀ ਹੈ, ਫਿਰ ਆਇਲਟਸ ਕਰ ਰਹੀ ਹੈ, ਸੈਂਸ ਤਾਂ ਹੈ ਨਾ, ਉਮਰ ਵੀ ਹੈ। ਉੱਥੇ ਦੀ ਬੇਸਿਕ ਲੇਬਰ ਵੀ ਮਿਨੀਮਮ +2 ਹੈ। ਕਿਉਂ ਨਹੀਂ ਦੇਸ਼ ਗਰੋ ਹੋਣਗੇ? ਸਾਡੀ ਬੇਸਿਕ ਲੇਬਰ ਦੀ ਕੁਆਲੀਫਿਕੇਸ਼ਨ ਵੇਖੋ। ਸੋ ਥਿੰਗਸ ਡੂ ਚੇਂਜ ਵੈਨ ਵੀ ਆਰ ਐਜੂਕੇਟਿੰਗ। ਐਫਰਟ ਜ਼ਰੂਰ ਲੱਗਦਾ ਹੈ, ਐਂਡ ਜੇ ਕਹੋ ਕਿ ਸਮੂਥਲੀ ਪਰੋਸਿਆ ਜਾਏ, ਕੋਈ ਵੀ ਧਰਤੀ 'ਤੇ ਇਨਸਾਨ ਨਹੀਂ ਜੰਮਿਆ ਰਈਸ ਤੋਂ ਰਈਸ ਜਿਹਨੂੰ ਸਮੂਥਲੀ ਕੁਛ ਵੀ ਮਿਲਿਆ ਹੋਏ। ਕੁਦਰਤੀ ਅੜਚਨਾ ਪਾਉਂਦੀ ਹੈ, ਤੁਸੀਂ ਨਹੀਂ ਹਟ ਸਕਦੇ, ਬਿਕੋਜ਼ ਯੂ ਹੈਵ ਟੂ ਅਚੀਵ ਇਟ। ਇਫ ਵੀ ਹੈਵ ਟੂ ਮੇਕ ਅ ਚੇਂਜ ਵੀ ਹੈਵ ਟੂ ਮੇਕ ਇਟ, ਰੈਦਰ ਦੈਨ ਅਸੀਂ ਬਲੇਮ ਗੇਮ ਕਰੀਏ ਵੀ ਕੁੜੀ ਦੀ ਦੁਸ਼ਮਣ, ਇਹ ਦੁਸ਼ਮਣ। ਹੁਣ ਮੈਨੂੰ ਪਤਾ ਹੈ ਮੇਰੀਆਂ 2-3 ਜਿਹੜੀਆਂ ਘਰ ਦੀਆਂ ਰਿਲੇਟਿਵਸ ਨੇ, ਦੇ ਆਰ ਦਿਸ ਨੇਚਰ। ਉਹਨਾਂ ਨੇ ਤਾਂ ਸੁਧਰਨਾ ਨਹੀਂ। ਆਈ ਹੈਵ ਐਡਜਸਟਡ ਮਾਈ ਮਾਈਂਡ ਪ੍ਰੋਸੈਸ ਕਿ ਮੇਰੀ ਐਨਰਜੀ, ਮੇਰੇ ਪੈਸੇ ਨੇ, ਮੈਂ ਇੱਥੇ ਲਾਣੀ ਕਿ ਨਹੀਂ ਲਾਣੀ। ਆਈ ਡੋਂਟ ਅਪਲਾਈ ਦੈਟ ਐਨਰਜੀ ਦੇਅਰ। ਉਹ ਜਾਂਦੀ ਨਹੀਂ, ਉਹ ਬੋਲ ਕੇ ਥੱਕ ਗਏ। ਹੁਣ ਦੇ ਹੈਵ ਕਮ ਟੂ ਮਾਈ ਪੇਸ ਕਿ ਇਹਨੇ ਤੇ ਅੱਗੋਂ ਕੁਛ ਰਿਸਪੌਂਸ ਕਰਨਾ ਨਹੀਂ, ਕਲੇਸ਼ ਤਾਂ ਪੈਣਾ ਨਹੀਂ। ਹੁਣ ਉਹ ਪਾਣੋਂ ਹਟ ਗਏ। ਸੋ ਦੈਟਸ ਹਾਊ ਐਨਰਜੀ ਚੇਂਜਸ ਥਿੰਗਸ। ਸੋ ਅਸੀਂ ਵੀ ਕੈਨ ਜਸਟ ਗਿਵ ਗੁੱਡ ਐਨਰਜੀਜ਼ ਐਂਡ ਦੈਨ ਯੂ ਗੈਟ ਬੈਕ ਗੁੱਡ ਐਨਰਜੀਜ਼। ਇਹ ਇੱਕ ਸਵਾਲ ਮੈਂ ਤੁਹਾਨੂੰ ਪੁੱਛਿਆ ਸੀ ਟ੍ਰੇਲਰ ਲਾਂਚ 'ਤੇ ਕਿ ਤੁਸੀਂ ਨਾ ਕਹਿਣੀ ਕਦੋਂ ਸਿੱਖੀ ਸੀਗੀ, ਰਾਈਟ? ਤੁਸੀਂ ਦੋਨੋਂ ਇੱਕ ਅੱਛੀ ਪੋਜੀਸ਼ਨ 'ਤੇ ਹੋ ਇਸ ਵੇਲੇ, ਰਾਈਟ? ਖਾਸ ਕਰ ਜਦੋਂ ਇਸ ਪੋਜੀਸ਼ਨ 'ਤੇ ਹੁੰਦੇ ਹਾਂ, ਕੋਈ ਅਸੀਂ ਐਕਟਰਸ ਜਾਂ ਕੋਈ ਪਬਲਿਕ ਫਿਗਰ ਹੈ ਨਾ, ਸਾਨੂੰ ਲੱਗਦਾ ਕਿ ਇਸ ਇਨਸਾਨ ਨੂੰ ਹਰ ਚੀਜ਼ ਜਿਹੜੀ ਹੈ ਬੜੀ ਈਜ਼ੀਲੀ ਮਿਲ ਰਹੀ ਹੈ ਨਾ, ਔਰ ਇਹ ਈਜ਼ੀਲੀ ਜਵਾਬ ਦੇ ਦਿੰਦਾ ਹੋਊਗਾ। ਇੰਨੇ ਜੇ ਕਿਸੇ ਨੂੰ ਹਾਂ ਕਹਿਣੀ ਉਹਨੂੰ ਹਾਂ ਕਰਦਾ, ਜਿਹਨੂੰ ਨਾ ਕਰਨੀ ਨਾ ਕਰਦਾ। ਬਟ ਸਟਿਲ ਤੁਸੀਂ ਜਿਸ ਪ੍ਰੋਫੈਸ਼ਨ ਦੇ ਵਿੱਚ ਹੋ, ਇੱਥੇ ਨਾ ਕਰਨਾ ਜਦੋਂ ਤੁਹਾਨੂੰ ਪਤਾ ਕਿ ਮੇਰੇ ਨਾਲ ਮਾੜਾ ਹੋ ਰਿਹਾ, ਉਹ ਕਿੰਨਾ ਈਜ਼ੀ ਹੈ ਜਾਂ ਕਿੰਨਾ ਟਫ ਹੈ? ਕਿਉਂਕਿ ਅਸੀਂ ਆਪਣੇ ਫਿਊਚਰ ਬਾਰੇ ਵੀ ਸੋਚਣ ਲੱਗ ਪੈਂਦੇ ਹਾਂ।
ਸੋ ਮੈਂ ਇਹ ਜਾਣਨਾ ਚਾਹੂੰਗੀ ਕਿ ਇਸ ਇੰਡਸਟਰੀ ਦੇ ਵਿੱਚ ਇੱਕ ਫੀਮੇਲ ਲਈ ਨਾ ਕਰਨਾ ਕਿੰਨਾ ਔਖਾ ਹੈ। ਕਿਸੇ ਵੀ ਇੰਡਸਟਰੀ 'ਚ ਸਕੂਲ ਦਾ ਜੇ ਕੋਈ ਪ੍ਰਿੰਸੀਪਲ ਐਂਡ ਤੁਸੀਂ ਟੀਚਰ ਹੋ, ਕੈਨ ਯੂ ਡਿਨਾਈ? There is a doctor or then comes a nurse in India, can you deny? So it's about the position which are different. Yes, so ਸਾਡੀ ਫਿਲਮ 'ਚ ਵੀ ਇਹ ਟੌਪਿਕਸ ਨੇ। ਹਮੇਸ਼ਾ ਹਰ ਸਿਚੁਏਸ਼ਨ 'ਚ ਤੁਹਾਡੇ ਉੱਤੇ ਕੋਈ ਨਾ ਕੋਈ ਹੋਏਗਾ ਹੀ ਹੋਏਗਾ। ਇਟਸ ਦੈਟ ਯੂਰ ਸੈਲਫ ਬਿਲਡਿੰਗ ਆਫ ਕੈਰੈਕਟਰ, ਜੋ ਬਹੁਤ ਜ਼ਰੂਰੀ ਹੈ ਸ਼ੁਰੂ ਤੋਂ ਬਿਲਡ ਕਰਕੇ ਰੱਖੋ, that then will come to help you. ਬਹੁਤ ਚੀਜ਼ਾਂ ਮੈਂ ਤੁਹਾਨੂੰ ਸੱਚੀ ਦੱਸਾਂ ਆਪਣੇ ਹੱਥ 'ਚ ਹੁੰਦੀਆਂ, ਬਹੁਤ ਚੀਜ਼ਾਂ ਸਾਨੂੰ ਪਤਾ ਨਹੀਂ ਲੱਗਦਾ, ਉਹ ਹੌਲੀ ਹੌਲੀ ਆਦਤ ਬਣ ਗਈ ਹੁੰਦੀ ਹੈ ਸਾਰਿਆਂ ਦੀ, ਐਂਡ ਦੈਨ ਇਟਸ ਵੈਰੀ ਹਾਰਡ। ਬਟ ਪਹਿਲੇ ਹੀ ਜੇ ਅਸੀਂ ਗ੍ਰਿਪ ਰੱਖਿਆ, ਆਈ ਥਿੰਕ ਇਟਸ ਈਜ਼ੀ। ਬਾਕੀ ਇਟਸ ਨਾਟ ਆਰ ਇੰਡਸਟਰੀ, ਸਾਡੀ ਤਾਂ ਇੰਡਸਟਰੀ ਬਿਨਾਂ ਵਜ੍ਹਾ ਬਦਨਾਮ ਹੈ ਕਿਉਂਕਿ ਜਿਹੜਾ ਬੰਦਾ 16-17 ਘੰਟੇ ਦੀ ਜਿੱਥੇ ਸ਼ਿਫਟਾਂ ਲੱਗ ਰਹੀਆਂ ਕੰਮ ਦੀਆਂ, ਉਹਦੇ ਕੋਲ ਸੌਣ ਵਾਸਤੇ ਬਿਲਕੁਲ ਟਾਈਮ ਹੈ ਨਹੀਂ। ਚਿਟ ਚੈਟ ਤੇ ਦੂਰ ਦੀ ਗੱਲ ਹੈ, ਬਟ ਦੈਟਸ ਇਫ ਆਈ ਗੋ ਆਊਟ ਐਂਡ ਆਈ ਸੀ ਆਊਟ ਇਨ IT ਸੈਕਸ਼ਨ ਔਰ ਸਮਥਿੰਗ, ਮੈਨੂੰ ਲੱਗਦਾ ਉੱਥੇ ਲੋਕੀ ਜ਼ਿਆਦਾ ਡਿਪਰੈਸ ਨੇ ਐਜ਼ ਕੰਪੇਅਰ ਟੂ ਆਰ ਇੰਡਸਟਰੀ। ਸੋ ਇਟਸ ਐਵਰੀਵੇਅਰ। ਜੀ ਮੈਂ ਇੱਕ ਵਾਰ ਸਰਗੁਣ ਮਹਿਤਾ ਦੀ ਗੱਲ ਸੁਣੀ ਸੀਗੀ, ਤਾਂ ਉਹਨੇ ਕਿਹਾ ਸੀਗਾ ਨਾ ਤੁਹਾਨੂੰ ਬਣਾਉਂਦੀ ਹੈ। ਜਦੋਂ ਤੁਸੀਂ ਨਾ ਕਹਿੰਦੇ ਹੋ ਨਾ, ਉਹ ਚੀਜ਼ ਤੁਹਾਡੀ ਇੰਡਸਟਰੀ ਦੇ ਵਿੱਚ ਪਹਿਚਾਣ ਬਣਾਉਂਦੀ ਹੈ, ਚਾਹੇ ਉਹ ਸਕ੍ਰਿਪਟਾਂ ਨੂੰ ਨਾ ਹੋਗੀ, ਚਾਹੇ ਉਹ ਅਸੀਂ ਕੰਮ ਨੂੰ ਨਾ ਕਰਦੇ ਹਾਂ, ਜਾਂ ਕਿਸੇ ਵੀ ਇਹੋ ਜਿਹੀ ਚੀਜ਼ ਨੂੰ ਵੀ ਅਸੀਂ ਨਾ ਕਰਦੇ ਹਾਂ, ਤਾਂ ਉਹ ਚੀਜ਼ ਤੁਹਾਨੂੰ ਬਣਾਉਂਦੀ ਹੈ। ਆਈ ਥਿੰਕ ਤੁਹਾਡੇ ਕੋਲ ਆਪਸ਼ਨ ਹੈ। ਆਈ ਥਿੰਕ ਮੈਂ ਬਹੁਤ ਜੇ ਓਨੈਸਟਲੀ ਦੱਸਾਂ ਤਾਂ ਆਪਸ਼ਨ ਹੈ, there's that way or there's this way। ਤੁਸੀਂ ਸਮਝਦੇ ਹੋ ਕਿ ਮੈਂ ਕੀ ਕਹਿ ਰਹੀ ਹਾਂ, ਬਟ ਇਹ ਤੁਹਾਡੇ ਤੇ ਹੈ। ਜਿਵੇਂ ਤਾਨੀਆ ਨੇ ਕਿਹਾ, ਇਹ ਤੁਹਾਡੇ ਤੇ ਹੈ, ਤੁਸੀਂ ਕਿਹੜੇ ਰਾਹ ਤੇ ਜਾਣਾ ਚਾਹੁੰਦੇ ਆ। ਹਰ ਇੱਕ ਫੀਲਡ ਦੇ ਵਿੱਚ ਦੋ ਰਾਹ ਹੁੰਦੇ ਨੇ, ਤੁਸੀਂ ਈਜ਼ੀ ਆਪਸ਼ਨ ਲੈ ਸਕਦੇ ਆ ਜਾਂ ਫਿਰ ਤੁਸੀਂ ਹਾਰਡ ਆਪਸ਼ਨ ਲੈ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਗਰੋ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਈਜ਼ੀ ਐਕਸੈਸ ਪਾ ਸਕਦੇ ਹੋ। ਸੋ ਆਈ ਥਿੰਕ ਨਾ ਕਹਿਣੀ ਨਹੀਂ ਹੈਗੀ, ਆਪਸ਼ਨਾਂ ਨੇ ਜ਼ਿਆਦਾ। ਇਹ ਹੈ ਇੱਥੇ ਕੋਈ ਵੀ ਸਾਡੀ ਇੰਡਸਟਰੀ ਦੇ ਵਿੱਚ ਸਾਡੇ ਐਕਟਰਸ, ਡਾਇਰੈਕਟਰਸ, ਪ੍ਰੋਡਿਊਸਰਸ, ਲਾਈਟਮੈਨ ਤੋਂ ਲੈ ਕੇ ਕੋਈ ਵੀ ਧੱਕਾ ਨਹੀਂ ਕਰੂਗਾ। ਇੰਨੀ ਤਾਂ ਸੈਂਸ ਹੈ, ਇੰਨੀ ਤਾਂ ਰਿਸਪੈਕਟ ਹੈ। ਜੇ ਅਸੀਂ ਫਿਲਮਾਂ ਹੀ ਉਹ ਬਣਾ ਰਹੇ ਹਾਂ, ਅਸੀਂ ਫਿਲਮਾਂ ਦੇ ਵਿੱਚ ਲੋਕਾਂ ਨੂੰ ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਅਸੀਂ ਇਹੋ ਜਿਹੇ ਆ, ਐਵੇਂ ਦੇ ਆ, ਸਾਡੇ ਬੰਦੇ ਇੱਦਾਂ ਦੇ ਹੋਣ ਤਾਂ ਫਿਰ ਅਸੀਂ ਇੱਕ ਸਾਈਡ ਇਹ ਹੈ ਜੋ ਤੁਸੀਂ ਦਿਖਾ ਰਹੇ ਹੋ, ਇੱਕ ਸਾਈਡ ਮੈਂ ਕੱਲ੍ਹ ਹੀ ਕਿਸੇ ਦੀ ਇੰਟਰਵਿਊ ਕੀਤੀ ਹੈ, ਉਹ ਐਕਟਰੈਸ ਨੇ ਬਾਲੀਵੁੱਡ ਦੇ ਵਿੱਚ, ਪੰਜਾਬੀ ਫਿਲਮ ਇੰਡਸਟਰੀ ਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਕੰਮ ਕੀਤਾ ਉਹਨਾਂ ਨੇ। ਇੱਕ ਫਿਲਮ ਉਹਨਾਂ ਨੂੰ ਆਫਰ ਹੋਈ ਐਂਡ ਸ਼ੀ ਸੈਡ ਕਿ ਪ੍ਰੋਡਿਊਸਰ ਨੇ ਮਤਲਬ ਕੁਝ ਗੱਲਾਂ ਇੱਦਾਂ ਦੀਆਂ ਹੋ ਗਈਆਂ ਕਿ ਮੈਨੂੰ ਫਿਲਮ ਛੱਡਣੀ ਪਈ। ਉਹਦੇ ਵਿੱਚ ਬਹੁਤ ਅੱਛੀ ਸਟਾਰ ਕਾਸਟ ਮਤਲਬ ਸੀ, ਰਿਲੀਜ਼ ਹੋ ਗਈ ਓਬਵੀਅਸਲੀ। ਸੋ ਸ਼ੀ ਸੈਡ ਕਿ ਮੈਨੂੰ ਇਹ ਐਕਸਪੈਕਟਡ ਨਹੀਂ ਸੀ। ਉਹ ਕਹਿੰਦੀ ਕਿ ਮੈਨੂੰ ਬਾਲੀਵੁੱਡ ਦੇ ਵਿੱਚ ਬੜਾ ਪ੍ਰੋਫੈਸ਼ਨਲ ਜਿਹਾ ਮਾਹੌਲ ਲੱਗਦਾ, ਬਟ ਇੱਥੇ ਆ ਕੇ ਜਦੋਂ ਅਸੀਂ ਇਸ ਇੰਡਸਟਰੀ ਦੇ ਵਿੱਚ ਵਿਚਰਦੇ ਹਾਂ, ਕਿਉਂਕਿ ਮੈਨੂੰ ਆਲਮੋਸਟ 5 ਸਾਲ ਹੋ ਚੁੱਕੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ, ਤੁਹਾਨੂੰ ਸਾਰਿਆਂ ਨੂੰ ਮਿਲਦੇ ਆ, ਹੈ ਨਾ, ਰਾਈਟ, ਇੱਕ ਪਤਾ ਚੱਲਦਾ। ਸ਼ੀ ਸੈਡ ਕਿ ਮੈਂ ਇੱਦਾਂ ਦਾ ਅਨਪ੍ਰੋਫੈਸ਼ਨਲ ਵੇ ਮਤਲਬ ਨਹੀਂ ਦੇਖਿਆ, ਤੇ ਇਸ ਇੰਡਸਟਰੀ ਨੂੰ ਹੋਰ ਮੈਚਿਓਰ ਹੋਣੇ ਦੀ ਲੋੜ ਹੈ। ਇੱਕ ਪਾਸੇ ਉਹ ਐਕਟਰਸ ਜੋ ਲਗਾਤਾਰ ਕੰਮ ਕਰ ਰਹੇ ਨੇ, ਇਟਸ ਅ ਗਰੋਇੰਗ ਇੰਡਸਟਰੀ। ਜਦੋਂ ਸਾਊਥ ਗਰੋ ਕਰ ਰਿਹਾ ਸੀ, ਉਹਨਾਂ ਨੇ ਵੀ ਬਹੁਤ ਚੀਜ਼ਾਂ ਫੇਸ ਕਰਿਆ। ਤੁਹਾਨੂੰ ਯਾਦ ਹੋਣਾ ਜਦੋਂ 90s ਦੇ ਵਿੱਚ 80s 90s ਲੇਟ 80s to early 90s ਜਦੋਂ ਬਾਲੀਵੁੱਡ ਗਰੋ ਕਰ ਰਿਹਾ ਸੀਗਾ, ਉਦੋਂ ਇਟ ਵਾਸ ਅ ਵੈਰੀ ਗਰੋਇੰਗ ਫੇਜ਼ ਆਫ ਬਾਲੀਵੁੱਡ। ਤੇ ਉਦੋਂ 21 ਤਰ੍ਹਾਂ ਦੀਆਂ ਫਿਲਮਾਂ, ਜਦੋਂ ਹੁਣ ਸਾਡੇ 21 ਤਰ੍ਹਾਂ ਦੀਆਂ ਫਿਲਮਾਂ ਆਈਆਂ, ਉਦੋਂ 21 ਤਰ੍ਹਾਂ ਦੀਆਂ ਫਿਲਮਾਂ, ਫਿਰ ਉਹਨਾਂ ਦੇ ਅੰਡਰਵਰਲਡ ਵਾਲਾ ਸਟਾਰਟ ਹੋ ਗਿਆ। ਤਾਂ ਉਹ ਚੀਜ਼ ਨੇ ਬਾਲੀਵੁੱਡ ਨੂੰ ਅੱਜ ਉੱਥੇ ਤੱਕ ਪਹੁੰਚਾਇਆ ਹੈ। ਜਦੋਂ ਸਾਊਥ ਦੀਆਂ ਫਿਲਮਾਂ ਫਲॉप ਤੇ ਫਲॉप ਜਾ ਰਹੀਆਂ ਸੀ, ਉਸ ਚੀਜ਼ ਨੇ ਸਾਊਥ ਨੂੰ ਬਣਾਇਆ ਹੈ। ਜਦੋਂ ਸਾਊਥ ਦੀਆਂ ਕੁੜੀਆਂ ਕਹਿੰਦੀਆਂ ਸੀ ਅਸੀਂ ਸਟਰਗਲ ਫੇਸ ਕੀਤੀ ਹੈ, ਇਹ ਕੀਤਾ ਹੈ, ਉਹ ਕੀਤਾ ਹੈ, ਉਹ ਚੀਜ਼ ਹੁਣ ਐਕਟਰੈਸ ਜਿਹੜੀਆਂ ਸਾਊਥ ਦੀਆਂ ਐਕਟਰੈਸਿਸ ਉਹ ਬਾਲੀਵੁੱਡ 'ਚ ਜਾ ਕੇ ਇੰਨਾ ਵੱਡਾ ਕੰਮ ਕਰ ਰਹੀਆਂ। ਸੋ ਇਟਸ ਅ ਗਰੋਇੰਗ ਫੇਸ। ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ। ਆਈ ਥਿੰਕ ਆਪਾਂ ਨੂੰ ਇਹ ਵੀ ਦੇਖਣਾ, ਆਪਾਂ ਜ਼ਰੂਰ ਗਲਤ ਜਿੱਥੇ ਹੈ ਉੱਥੇ ਕਹਿਣਾ ਚਾਹੀਦਾ ਪੰਜਾਬੀ ਇੰਡਸਟਰੀ ਗਲਤ ਹੈ। ਮੈਂ ਖੁਦ ਇੱਥੇ ਕੰਮ ਕਰਦੀ ਹਾਂ, ਬਟ ਕਿਉਂ ਅਸੀਂ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ, ਬਿਲਕੁਲ। ਪਰ ਇਟਸ ਆਲਸੋ ਅ ਗਰੋਇੰਗ ਇੰਡਸਟਰੀ। ਆਪਾਂ ਹੌਲੀ ਹੌਲੀ ਸਾਰੇ ਸਿੱਖ ਰਹੇ ਨੇ, ਸਾਰੇ ਵੱਡੇ ਹੋ ਰਹੇ ਨੇ। ਹੁਣ ਗਿੱਪੀ ਜੀ ਉਸ ਸਟੇਜ ਤੇ ਪਹੁੰਚ ਗਏ ਜਦੋਂ ਹੁਣ ਉਹ ਪ੍ਰੋਡਿਊਸ ਵੀ ਕਰ ਰਹੇ ਨੇ। ਬਿਲਕੁਲ। ਸੋ ਜਿਹੜੀਆਂ ਐਕਟਰਸਿਸ ਨੇ, ਐਕਟਰ ਨੇ, ਡਾਇਰੈਕਟਰ ਨੇ, ਉਹ ਹੁਣ ਹੌਲੀ ਹੌਲੀ ਪਹੁੰਚ ਰਹੇ ਨੇ ਜਿੱਥੇ ਉਹਨਾਂ ਨੂੰ ਸਮਝ ਆ ਰਹੀ ਹੈ ਪ੍ਰੋਫੈਸ਼ਨਲਿਜ਼ਮ। ਆਈ ਥਿੰਕ ਦੈਟਸ ਐਕਚੁਅਲੀ ਅ ਗੁੱਡ ਸਟਾਰਟ ਐਟ ਲੀਸਟ। ਸੋ ਫਿਲਮ ਦੀ ਕਹਾਣੀ ਬਾਰੇ ਗੱਲ ਕਰਦੇ ਆ, ਪੰਕਜ ਬੱਤਰਾ ਨੇ ਡਾਇਰੈਕਟ ਕੀਤੀ ਹੈ, ਰਾਕੇਸ਼ ਨੇ ਕਹਾਣੀ ਲਿਖੀ ਹੈ, ਗਿੱਪੀ ਹੋਣੇ, ਤੁਸੀਂ ਸਾਰੇ ਹੈ ਨਾ ਇਕੱਠੇ ਹੋ। ਸੋ ਤੁਹਾਡੀ ਔਰ ਗਿੱਪੀ ਸਰ ਦੀ ਪਹਿਲੀ ਵਾਰ ਜੋ ਤੁਸੀਂ ਹੈ ਨਾ ਸਕਰੀਨ ਸ਼ੇਅਰ ਕਰ ਰਹੇ ਹੋ, ਸੋ ਇਹ ਕਦੀ ਸੀਗਾ, ਕਿਉਂਕਿ ਗਿੱਪੀ ਸਰ ਤਾਂ ਬਹੁਤ ਟਾਈਮ ਤੋਂ ਇੰਡਸਟਰੀ ਦੇ ਵਿੱਚ ਹੈਗੇ ਆ, ਹੈ ਨਾ। ਸੋ ਜਦੋਂ ਉਹ ਫਿਲਮਾਂ ਉਹਨਾਂ ਨੇ ਕਰਨੀਆਂ ਸ਼ੁਰੂ ਕੀਤੀਆਂ, ਜਦੋਂ ਉਹ ਫਿਲਮਸ ਕਰਦੇ ਸੀ, ਤੁਸੀਂ ਦੇਖਦੇ ਸੀ, ਤੁਹਾਨੂੰ ਹੁੰਦਾ ਸੀ ਕਿ ਮੈਂ ਗਿੱਪੀ ਦੇ ਅਪੋਜ਼ਿਟ ਵੀ ਕਦੀ ਕੰਮ ਕਰਨਾ, ਇੱਦਾਂ ਹੋਇਆ ਕਦੀ? ਮੈਨੂੰ ਹੁੰਦਾ ਸੀ, ਆਈ ਐਮ ਨੋਟ ਦੈਟ ਪਰਸਨ। ਮੈਂ ਸਪੈਸ਼ਲੀ ਜਦੋਂ ਉਹਨਾਂ ਦਾ ਗਾਣਾ ਸੁਣਿਆ ਸੀ, ਮਰਜਾਨੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ,
ਤੇ ਉਹ ਤੇ ਬਸ ਭੰਗੜਾ ਹੀ ਪੈਂਦਾ ਸੀ ਘਰ, ਕੁਛ ਨਹੀਂ। ਦਿਨ ਚੜ੍ਹਦਾ ਸੀ, ਅਰਦਾਸ ਮੰਮੀ ਅਰਦਾਸ ਲਾ ਕੇ ਜਾਂਦੇ ਸੀ, ਮੈਂ ਮਿਊਜ਼ਿਕ ਵਾਲਾ ਚੈਨਲ ਲਾਉਂਦੀ ਸੀ ਕਿਉਂਕਿ ਉਹ ਟ੍ਰੈਂਡਿੰਗ ਇਹਨਾਂ ਦਾ ਤੇ ਉਹ ਵੱਜਦਾ ਹੀ ਰਹਿੰਦਾ ਸੀ। ਸੋ ਮੈਨੂੰ ਸੀ, ਐਂਡ ਆਈ ਐਮ ਵੈਰੀ ਹੈਪੀ ਟੂ work with versatile actors ਜਿਨ੍ਹਾਂ ਕੋਲ ਇੰਨਾ experience ਹੈ, and it's a blessing that an actor meeting with another actor and their coordination is coming out differently. ਸੋ ਮੈਨੂੰ ਲੱਗਦਾ ਵੀ ਮੈਂ ਪ੍ਰੋਬੇਬਲੀ ਹਰ ਕਿਸੇ ਨਾਲ ਹੀ ਕੰਮ ਕਰੂੰਗੀ, ਐਂਡ ਗਿੱਪੀ ਜੀ ਆਫ ਕੋਰਸ ਆਮ ਸੋ ਹੈਪੀ ਟੂ ਹੈਵ ਡਨ ਦਿਸ ਫਿਲਮ ਵਿਦ ਗਿੱਪੀ ਜੀ ਐਂਡ ਪੰਕਜ ਜੀ ਅਗੇਨ। ਰਾਕੇਸ਼ ਜੀ ਨਾਲ ਮੈਂ ਪਹਿਲੇ ਵੀ ਕੰਮ ਕੀਤਾ ਹੈ ਓਏ ਮੱਖਣਾ ਦੇ ਵਿੱਚ, ਸੋ ਬਟ ਇਹ ਸਾਡਾ ਟਰਾਇਓ ਪਹਿਲੀ ਵਾਰੀ ਇੱਕ ਫਿਲਮ ਲੈ ਕੇ ਆ ਰਿਹਾ। ਸੋ ਰਾਜ, ਤੁਹਾਡਾ ਦੱਸੋ ਐਕਸਪੀਰੀਅੰਸ ਕਿਵੇਂ ਦਾ ਰਿਹਾ? ਇੰਨੀ ਅੱਛੀ ਸਟਾਰ ਕਾਸਟ ਹੈ, ਮੈਂ ਸਟਾਰਟਿੰਗ ਦੇ ਵਿੱਚ ਵੀ ਕਿਹਾ ਸੀ ਬਹੁਤ ਪਿਆਰੀ ਸਟਾਰ ਕਾਸਟ ਹੈ। ਗਿੱਪੀ ਜੀ ਦੇ ਨਾਲ I have a long relationship with him since the song came, ਭਾਵੇਂ ਫੁਲਕਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ। ਉਦੋਂ ਨਾ ਮੇਰੀਆਂ ਕਜ਼ਨਸ ਜਿਹੜੀਆਂ ਹੁੰਦੀਆਂ ਸੀ, ਇੰਨਾ ਵੱਡਾ ਕ੍ਰਸ਼ ਹੁੰਦਾ ਸੀ ਨਾ ਉਹਨਾਂ ਦਾ ਗਿੱਪੀ ਜੀ ਤੇ ਮੈਨੂੰ ਕਦੇ ਸਮਝ ਨਹੀਂ ਸੀ ਲੱਗਦੀ ਕਿ ਕਿਉਂ। ਫਿਰ ਜਦੋਂ ਮੈਂ 13 ਹੋਣ ਲੱਗੀ, ਮੇਰੇ ਬਹੁਤ ਵੱਡਾ ਪੋਸਟਰ ਲੱਗਾ ਹੁੰਦਾ ਸੀ ਗਿੱਪੀ ਜੀ ਦਾ, ਸੀਰੀਅਸਲੀ? ਰੈੱਡ ਕਲਰ ਦਾ ਸੂਟ ਪਾਇਆ ਸੀ ਉਹਨਾਂ ਨੇ, ਦਿਸ ਇਜ਼ ਫਰਮ ਦੇਸੀ ਰੌਕਸਟਾਰ 2 ਦਾ ਸ਼ੂਟ, ਮੈਨੂੰ ਯਾਦ ਹੈ। ਫਿਰ ਉਹ ਥੋੜ੍ਹੇ ਟਾਈਮ ਬਾਅਦ ਜਦ ਮੈਂ 16-17 ਹੋ ਗਈ, ਫਿਰ ਆਈ ਹੈਡ ਟੂ ਟੇਕ ਇਟ ਆਫ ਬਿਕਾਜ਼ ਇਟ ਗॉट ਅ ਬਿਟ ਔਕਵਰਡ। ਬਟ ਸੋ ਆਈ ਹੈਵ 2013 'ਚ ਮੈਂ ਉਹਨਾਂ ਨੂੰ ਪਹਿਲੀ ਵਾਰ ਲਾਈਵ ਦੇਖਿਆ ਸੀ। ਆਈ ਕ੍ਰਾਈਡ ਐਟ ਦੈਟ ਸ਼ੋ। ਉਹਨਾਂ ਨੂੰ ਦੇਖ ਕੇ ਮੈਂ ਇੰਨੀ ਖੁਸ਼ ਹੋ ਗਈ, ਇੰਨੀ ਓਵਰਵੈਲਮਡ। ਫਿਰ ਉਹ ਆਉਂਦੇ ਰਹੇ, ਆਈ ਵਾਜ਼ ਵਰਕਿੰਗ ਇਨ TV, ਮੈਂ ਮਿਲਦੀ ਰਹੀ ਉਹਨਾਂ ਨੂੰ। ਅਤੇ ਸੋ ਬਟ ਕੰਮ ਕਰਨਾ ਉਹਨਾਂ ਦੇ ਨਾਲ ਵਾਜ਼ ਲਾਈਕ ਅ ਪਿੰਚ ਮਾਈ ਸੈਲਫ ਮੋਮੈਂਟ, ਬਿਕਾਜ਼ ਮੈਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਮੈਂ ਉਹਨਾਂ ਨਾਲ ਕੰਮ ਕਰ ਰਹੀ ਹਾਂ। ਅਤੇ ਮੇਰੀ ਮੋਮ ਨੇ ਉੱਦਣ ਮੈਨੂੰ ਪਹਿਲੀ ਵਾਰ, ਹਜੇ ਵੀ ਮੈਨੂੰ ਉਹ ਕਹਿੰਦੇ ਆ ਜੋਬ ਲੱਭ ਲੈ। ਕਿਉਂ? ਕਹਿੰਦੇ ਲਾਈਕ ਜੋਬ ਕਿ ਪ੍ਰੋਪਰ ਜੋਬ ਕਦੋਂ ਕਰਨੀ ਹੈ ਤੂੰ? ਇਹ ਠੀਕ ਹੈ ਬਟ ਪ੍ਰੋਪਰ ਜੋਬ ਕਦੋਂ ਹੈ? ਬਟ ਵਾਈ? I was like, ਮੈਂ ਇਹ ਬਾਇਓ 'ਚ ਲਿਖਾ ਲੈਣਾ, ਬ੍ਰੇਨਸਟਰ ਬਾਇਓ 'ਤੇ ਨਾ, ਕਿ my mom still tells me to find a good job, a proper job. So she called me that day, ਤੇ ਮੈਨੂੰ ਉੱਦਣ ਖੁਸ਼ੀ ਹੋਈ ਹੈ ਐਕਚੁਅਲੀ। ਲਾਈਕ that day I was like, I'm satisfied ਕਿ ਆਪਾਂ ਸਹੀ ਰਾਹ ਪੈ ਗਏ ਹਾਂ। She was like, ਅੱਛਾ ਤੇਰੀ ਫਿਲਮ ਗਿੱਪੀ ਗਰੇਵਾਲ ਨਾਲ ਆ ਰਹੀ ਹੈ? ਅੱਛਾ ਵਧੀਆ, ਫਿਰ ਤਾਂ ਹੁਣ ਵਧੀਆ ਚੱਲਿਆ ਤੇਰਾ ਕੰਮ। And I was like, ਹਜੇ ਸਟਾਰਟ ਹੀ ਹੈ, don't worry. And then you know she loves Tanya, ਉਹਨਾਂ ਨੇ ਸੁਪਨਾ ਦੇਖੀ ਸੀ, so she was very excited about the whole process. ਫਿਰ ਜਦੋਂ ਟ੍ਰੇਲਰ ਦੇਖਿਆ ਉਦੋਂ ਡਰਾਵਣੀ ਹੈ ਨਾ ਫਿਲਮ, ਤੇਰੇ ਕੁੱਟ ਬੜੀ ਪਈ ਹੋਊਗੀ ਯਾਰ। ਉਹ ਸੱਚੀ 'ਚ ਨਹੀਂ ਪਈ, ਡੋਂਟ ਵਰੀ। ਵੀ ਹੈਡ ਅ ਰੀਲੀ ਗੁੱਡ ਟਾਈਮ ਗਿੱਪੀ ਜੀ ਨਾਲ ਕੰਮ ਕਰਕੇ। ਤਾਨੀਆ ਐਂਡ ਨਿਰਮਲ ਰਿਸ਼ੀ ਮੈਮ ਜੀ ਸੀ, ਅਨੀਤਾ ਦੇਵਗਨ ਮੈਮ ਸੀਗੇ, ਹਰਦੀਪ ਗਿੱਲ ਸਰ ਸੀਗੇ, ਸਾਡੇ ਹੋਰ ਵੀ ਜਿੰਨੇ ਵੀ ਸਟਾਰ ਕਾਸਟ ਸੀਗੀ, ਬਹੁਤ ਫਨ ਸੀ। ਪੰਕਜ ਬੱਤਰਾ ਇਜ਼ ਸੱਚ ਅ ਐਕਸਪੀਰੀਅੰਸ ਡਾਇਰੈਕਟਰ, ਸੋ ਉਹ ਇੰਨਾ ਕੰਫਰਟ ਦੇ ਨਾਲ ਸ਼ੂਟ ਕਰਵਾਉਂਦੇ ਨੇ, ਤੁਸੀਂ ਆਪਣੇ ਕੈਰੈਕਟਰ 'ਚ ਆਪ ਹੀ ਪੈ ਜਾਂਦੇ ਹੋ। ਸੋ ਇਟ ਵਾਜ਼ ਅ ਰੀਲੀ ਗੁੱਡ ਐਕਸਪੀਰੀਅੰਸ। ਜੀ ਤਾਨੀਆ, ਤੁਹਾਨੂੰ ਤਾਂ ਕਾਫੀ ਚਿਰ ਹੋ ਗਿਆ ਇੰਡਸਟਰੀ ਦੇ ਵਿੱਚ, ਸੋ ਪੰਕਜ ਬੱਤਰਾ ਜੀ, ਕਿਉਂਕਿ ਜਿੱਦਾਂ ਰਾਜ ਵੀ ਕਹਿ ਰਹੇ, ਬਹੁਤ ਅੱਛੇ ਡਾਇਰੈਕਟਰ ਹੈ ਨਾ। ਹਰ ਕਿਸੇ ਦਾ ਸੁਪਨਾ ਹੁੰਦਾ ਕਿ ਇਸ ਡਾਇਰੈਕਟਰ ਨਾਲ ਵੀ ਕੰਮ ਕਰੀਏ। ਸੋ ਕਦੋਂ ਦਾ ਸੀ ਦਿਲ ਦੇ ਵਿੱਚ ਕਿ ਹਾਂ ਪੰਕਜ ਜੀ ਨਾਲ ਵੀ ਇੱਕ ਫਿਲਮ ਹੋਣੀ ਚਾਹੀਦੀ ਆ? ਐਕਚੁਅਲੀ ਇਟਸ ਨਾਟ ਦੈਟ ਕਿ ਐਂ ਹੀ ਹੋਣਾ ਚਾਹੀਦਾ, ਹਰ ਕਿਸੇ ਦਾ ਆਪਣਾ ਵਿਜ਼ਨ ਹੁੰਦਾ। ਹੀ ਇਜ਼ ਗॉट ਦੈਟ ਸਕ੍ਰਿਪਟ ਐਂਡ ਦੈਨ ਹੀ ਇਜ਼ ਗॉट ਲਾਈਕ ਕਿ ਮੈਨੂੰ ਪਰਫੋਰਮਰ ਚਾਹੀਦੀ ਹੈ। ਸੋ ਬਿਕਾਜ਼ ਉਹ ਪਰਫੋਰਮੈਂਸ 'ਤੇ ਬਹੁਤ ਕੁਛ ਡਿਪੈਂਡ ਕਰਦਾ ਇਸ ਫਿਲਮ ਦਾ। ਸੋ ਦੈਨ ਦੈਟਸ ਹਾਊ ਵੀ ਕਨੈਕਟਡ। ਸੋ ਪੰਕਜ ਜੀ ਨੂੰ ਮੈਂ ਇਸ ਫਿਲਮ ਲਈ ਹੀ ਮਿਲੀ ਹਾਂ ਬੇਸਿਕਲੀ। ਉਸ ਤੋਂ ਪਹਿਲੇ ਮੈਂ ਮਿਲੀ ਵੀ ਨਹੀਂ ਸੀ ਕਦੀ। ਅੱਛਾ। ਯਾ ਬਿਕਾਜ਼ ਕਰਦੇ ਆਈ ਨੈਵਰ ਨਿਊ ਦੈਟ 4-5 years ਜਸਟ ਪਾਸ ਲਾਈਕ ਦਿਸ। ਐਂਡ ਫਿਰ ਹਰ ਫਿਲਮ ਦੀ ਈਵਨ ਦੇਰ ਆਰ ਸੋ ਮੈਨੀ ਨਿਊ ਪੀਪਲ ਦੈਟ ਆਈ ਜਸਟ ਵੋਂਟ ਟੂ ਮੀਟ ਐਂਡ ਵਰਕ ਵਿਦ, ਬਟ ਆਈ ਫੀਲ ਲਾਈਕ ਕਿ ਜਿਨ੍ਹਾਂ ਨਾਲ ਮੈਂ ਕੰਮ ਕਰ ਰਹੀ ਹਾਂ, ਉਹਨਾਂ ਟਾਈਮ ਸਪੈਸੀਫਿਕਲੀ ਉਹਨਾਂ ਨਾਲ ਕੰਮ ਕਰਾਂ with all my presence, not just trying here and there. So ਮੈਂ ਪੰਕਜ ਜੀ ਨੂੰ ਐਸੇ ਫਿਲਮ ਲਈ ਮਿਲੀ ਹਾਂ, and then we logged this film and then we did it, and ਅੱਜ ਸਾਡਾ trailer out ਹੈ, and in such a good note that I know him now, his working way, he knows me now, my working ways. So ਹੁਣ ਅਸੀਂ ਕਦੇ ਵੀ ਕੰਮ ਕਰਾਂਗੇ ਤਾਂ ਸਾਨੂੰ ਇੱਕ ਦੂਜੇ ਦਾ ਪੇਸ ਪਤਾ ਹੈ। ਸੋ ਉਹ ਤਰੀਕੇ ਨਾਲ ਅਸੀਂ ਕੰਮ ਕੀਤਾ, ਬਟ ਆਈ ਐਮ ਵੈਰੀ ਫੋਰਚੂਨੇਟ ਇਨਫ ਕਿ ਇਹ ਵਾਲੀ ਫਿਲਮ ਪੰਕਜ ਜੀ ਨੇ ਡਾਇਰੈਕਟ ਕੀਤੀ, ਬਿਕਾਜ਼ ਜਿਹੜਾ ਇਹਦਾ ਟਰੀਟਮੈਂਟ ਹੈ, ਐਂਡ ਵੈਨ ਯੂ ਮੀਟ ਪੰਕਜ ਜੀ you cannot see like कि ये इतना कुछ कर लेंगे। when I saw the film, I texted him and I'm very honest with my words. पंकज जी, इतना नहीं उम्मीद था कि आप इतना फिल्म में डाल दोगे। and he laughed out loud, कहते तू खुश है ना? मैंने बोला मैं खुश हूँ, फिल्म का ट्रीटमेंट देखो आपने क्या किया है। मतलब it's not like because I have seen directors in stress, भाग रहे हैं इधर उधर, भज्जा दौड़ी पई है सेट पे, he's calm, he's sitting, ਅੱਛਾ ਠੀਕ ਹੈ ਐਂਡ ਕਿਸੇ ਨੂੰ ਨਹੀਂ ਪਤਾ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ। ਐਟ ਹੀ ਨੋਜ਼ ਮੈਂ ਇੱਥੋਂ ਦੀ ਕੱਟ ਲੈ ਲਿਆ, ਮੈਂ ਉੱਥੇ ਜਾ ਕੇ ਲਾ ਲੂੰਗਾ, ਮੇਰਾ ਸੀਨ ਕੰਪਲੀਟ, ਭਾੜ ਮੇ ਜਾਓ ਤੁਮ ਲੋਗ। ਐਂਡ
ਉਹ ਸਿਨੈਰੀਓ ਤੇ ਮੈਨੂੰ ਤੇ ਸੈੱਟ ਤੇ ਲੱਗਦਾ ਸੀ ਵੀ ਕਿਆ ਹੀ ਕਰਨਗੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੁਝ ਬਟ ਜਦੋਂ ਉਹਨਾਂ ਨੇ ਜੁਆਇਨ ਕੀਤੀ ਫਿਰ ਦੈਨ ਕਮ ਮਾਈ ਐਕਸਪ੍ਰੈਸ਼ਨ ਕਿ ਮੈਨੂੰ ਇਸ ਤਰ੍ਹਾਂ ਦੀ ਜੁਆਇਨਿੰਗ ਦੀ ਉਮੀਦ ਨਹੀਂ ਸੀ ਜੋ ਤੁਸੀਂ ਕਰਤਾ ਆਈ ਹੈਵ ਫੁੱਲ ਟਰਸਟ ਔਨ ਹਿਮ ਐਂਡ ਸਪੈਸ਼ਲੀ ਉਹਨਾਂ ਦੇ ਤੁਸੀਂ ਪਿਛਲੀਆਂ ਫਿਲਮਾਂ ਵੇਖੋ ਐਂਡ ਜਿਸ ਤਰ੍ਹਾਂ ਦੀ ਉਹਨਾਂ ਨੇ ਸਕ੍ਰਿਪਟ ਚੂਜ਼ ਕੀਤੀ ਹੈ ਇਟਸ ਅ ਵੈਰੀ ਕੌਨਫੀਡੈਂਟ ਸਿਨੈਰੀਓ ਛੇਤੀ ਨਹੀਂ ਕੋਈ ਜਲਦੀ ਡਾਇਰੈਕਟਰ ਇੰਨੀ ਵੇਰੀਏਸ਼ਨ ਵਾਲੀ ਸਕ੍ਰਿਪਟ ਚੂਜ਼ ਕਰਦਾ ਬਟ ਉਹਨੂੰ ਇੰਨੇ ਤਰੀਕੇ ਨਾਲ ਪੋਰਟਰੇ ਕਰ ਦੇਣਗੇ ਆਈ ਮਾਈ ਸੈਲਫ ਵਾਜ਼ ਸ਼ੌਕਡ ਬਟ ਆਈ ਐਮ ਵੈਰੀ ਹੈਪੀ ਐਂਡ ਥੈਂਕ ਯੂ ਪੰਕਜ ਜੀ for making this film. Thank you Rakesh ji for writing such a wonderful concept and Gippy ji of course. ਮੈਂ ਨਾ ਕਹੂੰਗੀ ਵੀ ਕੁੜੀਆਂ ਨੂੰ ਪਿਆਰ ਹੋ ਜਾਏਗਾ ਗਿੱਪੀ ਜੀ ਨਾਲ ਇਸ ਫਿਲਮ ਤੋਂ ਬਾਅਦ ਦੁਬਾਰਾ ਮਤਲਬ ਉਦੋਂ ਰੌਕਸਟਾਰ ਵਾਲਾ ਪਿਆਰ ਰੌਕਸਟਾਰ ਵਾਲਾ ਦੇਸੀ ਰੌਕਸਟਾਰ ਵਾਪਸ ਆਉਂਦਾ ਹੁਣ ਐਜ਼ ਅ ਹਿਊਮਨ ਐਜ਼ ਅ ਕੈਰੈਕਟਰ ਜੋ ਉਹਨਾਂ ਨੇ ਪਲੇ ਕੀਤਾ ਨਾ ਉਹਨੂੰ ਸਟੈਮਰ ਵਾਲੇ ਬੰਦੇ ਨਾਲ ਵੀ ਕੁੜੀਆਂ ਨੂੰ ਪਿਆਰ ਹੋ ਜਾਏਗਾ So it's another. Of course, people love him, but ਹੁਣ it is going to be more. ਅੱਛਾ ਜਦੋਂ ਕਹਾਣੀ ਇੰਨੇ ਸਾਰੇ ਕਰੈਕਟਰਸ ਦੀ ਹੁੰਦੀ ਹੈ ਨਾ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਇੱਕ ਮੇਨ ਕਰੈਕਟਰ ਹੈ ਇਹਦੇ ਵਿੱਚ ਹਰ ਇੱਕ ਕਰੈਕਟਰ ਆਪਣੀ ਕਹਾਣੀ ਕਹਿ ਰਿਹਾ ਹੈ ਨਾ ਉਸ ਵੇਲੇ ਸੈੱਟ ਤੇ ਲੱਗਦਾ ਹੁੰਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪੰਕਜ ਜੀ ਸ਼ੂਟ ਕਰੇ ਮੈਂ ਸੋਚਦੀ ਪਤਾ ਨਹੀਂ ਕੀ ਹੋ ਰਿਹਾ ਹੈ ਨਾ ਤੁਸੀਂ ਇਹ ਕਹਿ ਰਹੇ ਹੋ ਬਟ ਇਦਾਂ ਹੁੰਦਾ ਸੀ ਦਿਲ ਦੇ ਵਿੱਚ ਯਾਰ ਕਿ ਜਿਹੜਾ ਮੇਰਾ ਕਰੈਕਟਰ ਹੈ ਮੈਂ ਤਾਂ ਆਪਣੇ ਵੱਲੋਂ 100% ਦੇ ਰਹੀ ਹਾਂ ਬਟ ਉਹ ਕਿਸ ਤਰ੍ਹਾਂ ਨਿਕਲ ਕੇ ਆਊਗਾ ਕਿਉਂਕਿ ਇਕੱਲਾ ਤੁਹਾਡੇ ਤੇ ਡਿਪੈਂਡ ਨਹੀਂ ਪੂਰੀ ਟੀਮ ਤੇ ਡਿਪੈਂਡ ਹੈ ਉਸ ਚੀਜ਼ ਦਾ ਧਿਆਨ ਰਹਿੰਦਾ ਸੀਗਾ ਬਹੁਤ ਚੀਜ਼ਾਂ ਤੇ ਧਿਆਨ ਹੁੰਦਾ ਇੱਕ ਐਕਟਰ ਦਾ ਬਹੁਤ ਜ਼ਿਆਦਾ ਚੀਜ਼ਾਂ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਫਰਮ ਲਾਈਟਿੰਗ ਟੂ ਕੈਮਰਾ ਐਂਗਲ ਟੂ ਡਾਇਲੌਗਸ ਟੂ ਐਕਸਪ੍ਰੈਸ਼ਨਸ ਟੂ ਡਾਇਰੈਕਟਰ ਕੀ ਸੋਚ ਰਿਹਾ ਕੋ ਐਕਟਰ ਕੀ ਕਰ ਰਿਹਾ ਵਾਟ ਇਜ਼ ਐਵਰੀਥਿੰਗ ਗੋਇੰਗ ਅਰਾਊਂਡ ਇਹ ਤਾਂ ਮੈਂ ਤੁਹਾਨੂੰ ਕਰਦੇ ਦੇਖਿਆ ਵੀ ਸੋ ਐ ਪੰਬੀਰੀ ਵਾਂਗ ਦਿਮਾਗ ਚੱਲਦਾ She's like but that. ਹਾਂ ਮੈਂ She's ਦੇਖਿਆ like ਇਹਨਾਂ that. ਨੂੰ but then you have to focus on what you have to do so it's true that what you asked for but I think it's a teamwork so ਜਦੋਂ ਸਾਡਾ ਡਾਇਰੈਕਟਰ ਹੀ ਸਟਰੋਂਗ ਹੋਏ ਨਾ ਉਦੋਂ ਫਿਰ ਸਾਰੇ ਹੀ ਵਧੀਆ ਕਰਦੇ ਕਿਉਂਕਿ ਇੱਕ એનર્ਜੀ ਆ ਜਾਂਦੀ ਹੈ ਨਾ ਕਿ ਯਾਰ ਇਹ ਵਧੀਆ ਕਰ ਰਿਹਾ ਮੈਂ ਵੀ ਵਧੀਆ ਕਰਨਾ ਉਹ ਵਧੀਆ ਕਰ ਰਿਹਾ ਉਹਨੇ ਵੀ ਫਿਰ ਉੱਥੇ ਢਿੱਲ ਨਹੀਂ ਆਉਂਦੀ ਸੋ ਜਦੋਂ ਇੱਕ ਜਣਾ ਹਿਲ ਜੇ ਫਿਰ ਕੋ ਐਕਟਰ ਹੋਰ એનર્ਜੀ ਛੱਡ ਦਿੰਦਾ ਫਿਰ ਉਹ ਥਰਡ ਪਰਸਨ ਹੋਰ એનર્ਜੀ ਛੱਡ ਦਿੰਦਾ ਦੈਨ ਇਟ ਹੈਪਨਸ ਔਨ ਦੋਸ ਸੈਟ ਜਿੱਥੇ ਸੀਰੀਅਸ ਨਹੀਂ ਲਿੱਤਾ ਜਾਂਦਾ ਪਰ ਜਿੱਥੇ ਫਿਲਮ ਸੀਰੀਅਸ ਹੈ ਉੱਥੇ ਹਰ ਬੰਦਾ ਵਧੀਆ ਕੰਮ ਕਰਦਾ ਰਾਜ ਤੁਸੀਂ ਇਸ ਟਾਈਮ ਦੇ ਵਿੱਚ ਕਿਉਂਕਿ ਜਿੱਦਾਂ ਤੁਹਾਡੀ ਸੈਕਿੰਡ ਫਿਲਮ ਹੈ ਤੁਹਾਡੇ ਅੰਦਰ ਕੀ ਹੈ ਕਿ ਮਤਲਬ ਇਹ ਤਾਂ ਨਹੀਂ ਕਦੇ ਹੁੰਦਾ ਕਿ ਜਿਹੜਾ ਕੰਮ ਹੈ ਠੀਕ ਹੈ ਆ ਰਿਹਾ ਉਹ ਮੈਂ ਕਰੂੰਗੀ ਜਾਂ ਇਦਾਂ ਹੁੰਦਾ ਕਿ ਨਹੀਂ ਮਤਲਬ ਪੈਰਲਲ ਲੀਡ ਦੇ ਵਿੱਚ ਰਹਿਣਾ ਚਾਹੀਦਾ ਜਾਂ ਇਦਾਂ ਕੁਝ ਹਜੇ ਆਮ ਨਾਟ ਇਵਨ ਸੈਟੀਸਫਾਈਡ ਲਾਈਕ ਮੈਂ ਕਰ ਰਹੀ ਹਾਂ ਆਮ ਡੂਇੰਗ ਗੁੱਡ ਰੋਲਸ ਮੈਂ ਰੋਲਸ ਦੇ ਨਾਲ ਬਹੁਤ ਸੈਟੀਸਫਾਈਡ ਹਾਂ ਫਿਲਮਾਂ ਦੇ ਨਾਲ ਬਹੁਤ ਸੈਟੀਸਫਾਈਡ ਹਾਂ ਬਟ ਹਜੇ ਆਈ ਥਿੰਕ ਉਹ ਸਕ੍ਰਿਪਟ ਨਹੀਂ ਆਈ ਜਦੋਂ ਤੁਸੀਂ ਪੁੱਛਿਆ ਨਾ ਕਿ ਲੀਡ ਫਿਲਮ ਕਿਉਂ ਨਹੀਂ ਹਜੇ ਕੀਤੀ ਬਿਕਾਜ਼ no doubt I get offered in touch wood you know ਵਾਹਿਗੁਰੂ ਜੀ ਦੀ ਮਿਹਰ ਹੈ ਕਿ ਮੈਨੂੰ ਆਫਰਾਂ ਵੀ ਆ ਰਹੀਆਂ ਨੇ ਬਟ you know I do want to do ਜਿੱਦਾਂ ਹੁਣ ਤਾਨੀਆ ਜਦੋਂ ਸਟਾਰਟ ਕਰ ਰਹੀ ਸੀ she did characters ਉਹਦਾ ਇੰਪੋਰਟੈਂਸ ਸੀ so that's the same thing ਕਿ ਕੁੜੀ ਨੂੰ ਸਿਰਫ ਆਈ ਕੈਨ ਬਿਕਾਜ਼ ਮੈਨੂੰ ਵੈਸੇ ਵੀ ਸਾਰੇ ਸੋਚਦੇ ਆ ਕਿ ਬਾਹਰੋਂ ਹੈ ਗੁੱਡ ਲੁੱਕ ਜੀ ਹੈ ਸੋ ਉਸੇ ਟਾਈਪ ਦੀ ਫਿਲਮ ਦੇਵਾਂਗੇ ਬਟ ਮੈਨੂੰ ਉਸ 'ਚ ਮਜ਼ਾ ਨਹੀਂ ਹੈਗਾ ਮੈਂ ਡਰਾਮਾ ਸਕੂਲ ਕੀਤਾ ਹੈ ਮੈਂ ਬਹੁਤ ਸਾਰੀਆਂ ਵਰਕਸ਼ਾਪ ਪਾਈਨਵੁੱਡ ਆਈਵ ਬੀਨ so you name it all the big workshops I've been so ਜਦੋਂ ਮੈਂ ਉਹ ਕੀਤਾ ਹੈ ਤੇ ਉੱਥੇ ਮੈਨੂੰ ਪਤਾ ਹੈ ਕਿ ਅੱਛਾ ਉੱਥੇ ਮੈਂ ਆਹ ਪਰਫਾਰਮ ਕਰਕੇ ਆਈ ਹਾਂ ਤੇ ਹੁਣ ਇੱਥੇ ਮੈਨੂੰ ਆ ਕੇ ਕਹਿੰਦੇ ਬਸ ਹਾਂ ਸੋਹਣੀ ਲੱਗ ਕੇ ਬਸ ਬੈਠ ਜਾ ਫਿਰ of course that's a very beautiful side of the film the glamour is amazing ਮੈਂ ਬਹੁਤ ਲਾਈਕ ਕਰਦੀ ਹਾਂ you know ਜੇ ਮੈਨੂੰ ਕਿਤੇ ਪੂ ਬਣਾ ਦੇਣ ਕभी खुशी कभी गम वाली ਤਾਂ ਮੈਂ ਤਾਂ ਧੂੜਾਂ ਪੱਟਦਾ ਰਾਈਟ ਗਲੈਮਰ ਵਾਲੀਆਂ but in the beginning I also want to establish that good acting ਵਾਲਾ ਹੁਣ ਜੇ ਮਿੱਤਰਾਂ ਦਾ ਨਾਂ ਚੱਲਦਾ ਆਈ ਹੋਪ ਟੱਚਵੁੱਡ ਕਿ ਸਾਰਿਆਂ ਨੂੰ ਪਸੰਦ ਆਵੇ ਕੈਰੈਕਟਰ ਆਈ ਹੈਵ ਟਰਾਈਡ ਟੂ ਪਰਫਾਰਮ ਲੈਵਲ ਬੈਸਟ ਆਈ ਹੈਵ ਟਰਾਈਡ ਟੂ ਗਿਵ ਦੀ ਆਡੀਅנס ਐਕਟਿੰਗ ਰਾਦਰ ਦੈਨ ਜਸਟ ਗਲੈਮਰ ਬਿਕਾਜ਼ ਦੇयर इज नो glamour in this film ਕੋਈ ਵੀ ਗਲੈਮਰ ਨਹੀਂ ਗਲੈਮਰਸ ਨਹੀਂ ਹੈ ਕੋਈ ਵੀ ਦੇਖ ਰਿਹਾ ਕੁੱਟ ਕੇ ਨੀਲ ਪਵਾਏ ਸੀ ਸਾਡੇ ਓ ਗॉड ਅੱਛਾ ਇਹ ਤਾਂ 8 ਮਾਰਚ ਨੂੰ ਦੇਖਾਂਗੇ ਵਿਸ਼ ਯੂ ਗੁੱਡ ਲੱਕ ਕਿਉਂਕਿ ਬਹੁਤ ਪਿਆਰੀ ਫਿਲਮ ਹੈ ਬਹੁਤ ਪਿਆਰੀ ਕਹਾਣੀ ਹੈ ਟ੍ਰੇਲਰ ਵਿੱਚ ਜਿੰਨਾ ਅਸੀਂ ਦੇਖ ਰਹੇ ਹਾਂ ਹੈ ਨਾ ਔਰ ਉਮੀਦ ਇਹੀ ਕਰਦੇ ਹਾਂ ਕਿ ਇਦਾਂ ਦੇ ਸਬਜੈਕਟ ਵੈਸੇ ਅਸੀਂ ਕਹਿੰਦੇ ਹਾਂ ਕਿ ਹਰ ਚੀਜ਼ ਬਣਨੀ ਚਾਹੀਦੀ ਹੈ ਬਟ ਇਦਾਂ ਦੇ ਸਬਜੈਕਟ ਜਿਹੜੇ ਆ ਉਹ ਬਹੁਤ ਲੋਕਾਂ ਨੂੰ ਸਮਝ ਵੀ ਦਿੰਦੇ ਹੈ ਨਾ ਸੋ ਇਹ ਚੀਜ਼ ਵੀ ਸੇਧ ਦੇਵੇ ਔਰ ਜੋ ਤੁਹਾਡੀ ਮਿਹਨਤ ਹੈ ਇੰਨੀ ਹੈ ਨਾ ਦੋਨਾਂ ਦੀ ਬਾਕੀ ਪੂਰੀ ਟੀਮ ਦੀ ਗਿੱਪੀ ਹੋਣਾ ਦੀ ਪੰਕਜ ਜੀ ਹੋਣਾ ਦੀ ਸਾਰਿਆਂ ਦੀ ਸੋ ਉਹ ਵੀ ਜਿਹੜਾ ਰੰਗ ਦਿਖਾਵੇ ਔਰ ਸਾਡੇ ਵਿਊਜ਼ ਨੂੰ ਕੁਝ ਕਹੋਗੇ 8 ਮਾਰਚ ਲਈ ਜਾਂਦੇ ਜਾਂਦੇ ਸੋ ਜੀ ਸਿਨੇਮਾ ਹੈ ਫਿਲਮ ਹੈ ਤੁਸੀਂ ਫਿਲਮ ਵੇਖਣ ਜਾਓ ਆਪਣੇ ਆਪ ਨੂੰ ਐਂਟਰਟੇਨ ਕਰਨ ਜਾਓ ਨੋ ਹਾਰਡ ਫੀਲਿੰਗਸ ਔਰ ਨੋ ਜਜਮੈਂਟਸ ਕੋਈ ਸਿਰ ਤੇ ਭਾਰ ਲੈ ਕੇ ਨਹੀਂ ਜਾਣਾ ਵੀ ਅਸੀਂ ਕੁਝ ਲੈਣ ਚੱਲੇ ਹਾਂ ਫਿਲਮ ਤੋਂ ਨੋ ਜਸਟ ਆਪਣੇ ਆਪ ਨੂੰ ਐਂਟਰਟੇਨ ਕਰਨ ਜਾਓ ਦੈਟਸ ਵੈਰੀ ਸਿੰਪਲ ਸਟਲ ਬਿਊਟੀਫੁਲ ਫਿਲਮ ਐਂਡ ਤੁਸੀਂ ਇੰਜੋਏ ਕਰਕੇ ਬਾਹਰ ਆਓਗੇ ਦੈਟ ਆਈ ਅਸ਼ੋਰ ਯੂ ਦੈਟਸ ਇਟ
ਬਸ ਹੋਲੀ ਵਾਲੇ ਦਿਨ ਤੁਸੀਂ ਹੋਲੀ ਮਨਾਓ ਤੇ ਸਾਡੀ ਫਿਲਮ ਦੇਖੋ 8 ਮਾਰਚ ਨੂੰ ਮਿੱਤਰਾਂ ਦਾ ਨਾਂ ਚੱਲਦਾ। ਅਸੀਂ ਸਾਰਿਆਂ ਨੇ ਮਿਹਨਤ ਕੀਤੀ ਹੈ ਬਟ ਉਮੀਦ ਕਰਦੇ ਹਾਂ ਤੁਹਾਨੂੰ ਇਹ ਮਿਹਨਤ ਪਸੰਦ ਆਊ ਐਂਡ ਦੈਟਸ ਇਟ। ਦੈਟਸ ਇਟ, ਥੈਂਕ ਯੂ ਸੋ ਮਚ। ਐਂਡ ਮੈਂ ਵੈਸੇ ਅਗਰ ਇੱਥੇ ਮਿਊਜ਼ਿਕ ਹੁੰਦਾ ਤਾਂ ਮੈਂ ਜ਼ਹਿਰੀ ਵੇ ਤੇ ਆਪਾਂ ਮੈਂ ਚਾਹੁੰਦੀ ਕਿ ਮੂਵਸ ਕਰਕੇ ਫਿਰ ਆਪਾਂ ਇੰਟਰਵਿਊ ਖਤਮ ਕਰਦੇ, ਬਟ ਪਰ ਮਿਊਜ਼ਿਕ ਹੈ ਨਹੀਂ। ਪਰ ਮਿਊਜ਼ਿਕ ਹੈ ਨਹੀਂ, ਹੈ ਨਾ। ਤੁਸੀਂ ਤਾਂ ਨਹੀਂ ਮਿਸ ਕੀਤਾ ਇਹ ਫਿਲਮ ਦੇ ਵਿੱਚ ਡਾਂਸ ਕਰਨਾ ਹੈ, ਕਿਉਂਕਿ ਉਹ ਜ਼ਹਿਰੀ ਵੇ ਤਾਂ ਬਹੁਤ ਅੱਛਾ ਟਰੈਕ ਹੈ। ਮੈਂ ਵੈਸੇ ਹੀ ਕਰ ਲੈਂਦੀ ਹਾਂ ਵੈਸੇ ਬਹੁਤ, ਮੇਰਾ ਰੋਜ਼ ਹੀ ਚੱਲਦਾ ਹੈ, ਉਹ ਚੱਲਦਾ ਹੀ ਰਹਿੰਦਾ ਚੱਲਦਾ ਗਾਣਾ, ਹੀ ਰਹਿੰਦਾ। ਰਿਪੀਟ ਤੇ ਹੈ ਨਾ, ਜਿੱਥੇ ਵੀ ਪ੍ਰੋਮੋਸ਼ਨਾਂ ਤੇ ਅਸੀਂ ਬਹੁਤ ਨੱਚ ਰਹੇ ਹਾਂ। ਹਾਂ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਸ ਸਾਡੇ ਨਾਲ ਤਾਨੀਆ ਐਂਡ ਰਾਜਦੀਪ ਸ਼ੋਕਰ। ਉਮੀਦ ਕਰਦੇ ਹਾਂ ਕਿ 8 ਮਾਰਚ ਨੂੰ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਮਿੱਤਰਾਂ ਦਾ ਨਾਲ ਚੱਲਦਾ, ਹੁਣ ਤੱਕ ਤਾਂ ਚੱਲ ਹੀ ਰਿਹਾ ਹੈ, ਬਾਕੀ ਜਦੋਂ ਰਿਲੀਜ਼ਿੰਗ ਤੋਂ ਬਾਅਦ ਤੁਸੀਂ ਚਲਾਉਣਾ ਹੈ, ਤੁਸੀਂ ਦੱਸਣਾ ਕਿਵੇਂ ਦੀ ਫਿਲਮ ਲੱਗੀ ਹੈ। ਤੁਸੀਂ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।